ਅਮ੍ਰਿਤਾ ਪ੍ਰੀਤਮ ਦਾ ਨਾਵਲ ਰਤਨਾਂ ਦਾ ਚੌਥਾ ਭਾਗ। ਗੋਬਿੰਦ ਦੀ ਲੱਤ ਦਾ ਜ਼ਖਮ ਛੇਤੀ ਭਰ ਗਿਆ, ਪਰ ਕਈ ਦਿਨ ਲੱਤ 'ਚ ਥੋੜ੍ਹਾ ਜਿਹਾ ਲੰਗੜਾ ਦਿਸਦਾ ਰਿਹਾ। ਰੋਜ਼ ਪੱਟੀ ਤੇ ਸੇਕ ਜਿਹਾ ਕੰਮ ਬਾਂਕੀ ਨੇ ਆਪਣੇ ਉੱਤੇ ਲੈ ਲਿਆ ਸੀ। ਸਾਥੀਆਂ 'ਚੋਂ ਇੱਕ ਰੌਂ ਆ ਗਈ ਜੋ ਮਰਦਾਂ ਨਾਲ ਭਰੇ ਘਰ 'ਚ ਇੱਕ ਔਰਤ ਦੀ ਹੋਂਦ ਨਾਲ ਆਉਂਦੀ ਹੈ ਤੇ ਔਰਤਾਂ ਨਾਲ ਭਰੇ ਘਰ 'ਚ ਇੱਕ ਮਰਦ ਦੀ ਹੋਂਦ ਨਾਲ ਆਉਂਦੀ ਹੈ। ਪਰ ਰਤਨਾ ਇਹਨਾਂ ਦਿਨਾਂ 'ਚ ਕੁਝ ਅਲਸਾਈ ਜਿਹੀ ਸੀ, ਜਿਹਦੇ ਲਈ ਸਾਰੇ ਬਾਂਕੀ ਨੂੰ ਛੇੜ ਕਰਦੇ ਕਿ ਉਹ ਰਤਨਾ ਤੋਂ ਵੀ ਬਹੁਤਾ ਧਿਆਨ ਗੋਬਿੰਦ ਨੂੰ ਦੇ ਰਹੀ ਸੀ। ਰਤਨਾ ਨੂੰ ਸਿਰਫ ਗੋਬਿੰਦ ਰਤਨਾ ਭੈਣ ਆਖਦਾ ਸੀ, ਪਰ ਬਾਕੀ ਤਿੰਨੇ ਸਾਥੀ ਰਤਨਾ ਭਾਬੀ ਆਖਦੇ ਸੀ। ਇੱਕ ਦਿਨ ਰਤਨਾ ਘੋੜਸਵਾਰੀ ਦੀ ਮੁਹਾਰਤ ਲਈ ਗਈ ਹੋਈ ਸੀ ਕਿ ਲੋਕਾਂ ਨੇ ਉਹਨੂੰ ਪੜਾਅ ਤੋਂ ਕੁਝ ਪਰਾਂ ਇੱਕ ਪੱਥਰ ਕੋਲ ਘੋੜੇ ਤੋਂ ਉਤਰਦੀ ਵੇਖਿਆ ਤੇ ਫਿਰ ਹਫਜੀ ਗਈ ਨੂੰ ਉਸ ਪੱਥਰ ਤੇ ਬਹਿ ਕੇ ਸਾਹ ਕੱਢਦੀ ਗਿਆ। ਉਹ ਦੌੜਦਾ ਰਾਜੂ ਕੋਲ ਆਇਆ। ਅੱਜ ਰਤਨਾ ਭਾਬੀ ਨੂੰ ਕਿਤੇ ਸੱਟ ਲੱਗੀ ਜਾਪਦੀ ਹੈ। ਰਾਜੂ ਘਬਰਾ ਕੇ ਉੱਧਰ ਗਿਆ ਤੇ ਰਤਨਾ ਨੂੰ ਬਾਂਹ ਦਾ ਆਸਰਾ ਦੇ ਕੇ ਲੈ ਆਇਆ। ਪੁੱਛਿਆ ਕਿੱਥੇ ਸੱਟ ਲੱਗੀ ਹੈ? ਘੋੜੇ ਤੋਂ ਡਿੱਗ ਗਈ ਸੀ। ਪਰ ਰਤਨਾ ਪੀਲੇ ਜੇ ਮੂੰਹ ਨਾਲ ਮੰਜੀ ਤੇ ਲੇਟ ਗਈ, ਆਖਿਆ ਕੁਝ ਨਹੀਂ। ਬਾਂਕੀ ਹੱਸਦੀ ਦੌੜਦੀ ਆਈ, ਕਹਿਣ ਲੱਗੀ ਬੀਬੀ ਤੁਸੀਂ ਨਹੀਂ ਦੱਸੋਗੇ ਤਾਂ ਮੈਂ ਦੱਸ ਦਿਆਂਗੀ। ਤੇ ਰਾਜੂ ਨੂੰ ਕਹਿਣ ਲੱਗੀ ਦਾਊ ਬੀਬੀ ਤੁਹਾਡੇ ਕੋਲੋਂ ਕੁਝ ਛੁਪਾ ਰਹੀ ਏ, ਸੋਚਦੀ ਏ ਤੁਹਾਨੂੰ ਪਤਾ ਲੱਗੇਗਾ ਤੇ ਫਿਰ ਤੁਸੀਂ ਬੀਬੀ ਨੂੰ ਘੋੜੇ ਤੇ ਨਹੀਂ ਜਾਣ ਦਿਓਗੇ। ਰਤਨਾ ਨੇ ਸ਼ਰਮਾ ਕੇ ਮੂੰਹ ਪਰਾ ਕਰ ਲਿਆ। ਰਾਜੂ ਸਮਝ ਗਿਆ। ਮੰਜੇ ਦੇ ਪਰਲੇ ਪਾਸੇ ਹੋ ਕੇ ਜਿੱਧਰ ਰਤਨਾ ਦਾ ਮੂੰਹ ਸੀ, ਮੰਜੀ ਦੀ ਬਾਹੀ ਤੇ ਬਹਿ ਗਿਆ ਤੇ ਤਲੀ ਨਾਲ ਉਹਦਾ ਮੂੰਹ ਆਪਣੇ ਵੱਲ ਕਰਦਾ ਕਹਿਣ ਲੱਗਾ ਕਿਉਂ ਛੋਟਾ ਜਿਹਾ ਰਾਜੂ ਨਹੀਂ ਚਾਹੀਦਾ? ਰਤਨਾ ਨੇ ਛੇਤੀ ਨਾਲ ਆਪਣੀ ਤਲੀ ਉਹਦੇ ਹੋਠਾਂ ਤੇ ਰੱਖ ਦਿੱਤੀ, ਬੋਲੀ ਇੰਝ ਆਖੀਦਾ? ਫਿਰ ਹੁਣ ਘੋੜੇ ਦੀ ਸਵਾਰੀ ਬੰਦ? ਹਾਂ। ਬੰਦੂਕ ਦੀ ਸਿਖਲਾਈ ਵੀ ਬੰਦ? ਹਾਂ। ਰਤਨਾ ਨੇ ਦੋਹਾਂ ਗੱਲਾਂ 'ਚ ਹਾਂ ਕਰ ਦਿੱਤੀ, ਪਰ ਫਿਰ ਰਾਜੂ ਦੇ ਕੰਨ ਕੋਲ ਉਹਦੇ ਵਾਲਾਂ 'ਚ ਉਂਗਲ ਫੇਰਦੀ ਆਖਣ ਲੱਗੀ ਕੀ ਆਪਣੇ ਜਿਹਾ ਬਹਾਦਰ ਬੇਟਾ ਨਹੀਂ ਕਾਇਰ ਬੇਟਾ ਚਾਹੁੰਦੇ ਹੋ? ਰਾਜੂ ਹੱਸਣ ਲੱਗ ਪਿਆ। ਮਾਂ ਬੰਦੂਕ ਚਲਾਏਗੀ ਤਾਂ ਹੀ ਬੇਟਾ ਬਹਾਦਰ ਹੋਏਗਾ, ਮੈਂ ਉਹਨੂੰ ਕੁਝ ਨਹੀਂ ਸਿਖਾ ਸਕਦਾ। ਰਤਨਾ ਹੱਸਦੀ ਹੱਸਦੀ ਗੰਭੀਰ ਹੋ ਗਈ, ਇੱਕ ਸੋਚ 'ਚ ਡੁੱਬਦੀ ਆਖਣ ਲੱਗੀ ਪਰ ਰਾਜੂ ਜਦੋਂ ਵੱਡਾ ਹੋਏਗਾ ਸਕੂਲ ਕਿਸ ਤਰ੍ਹਾਂ ਜਾਏਗਾ, ਕਿਵੇਂ ਪੜ੍ਹੇਗਾ? ਕੀ ਉਹ ਵੀ ਸਾਡੇ ਵਾਂਗ? ਰਾਜੂ ਨੇ ਰਤਨਾ ਦਾ ਸਿਰ ਝੋਲੀ 'ਚ ਰੱਖ ਲਿਆ, ਕਹਿਣ ਲੱਗਾ ਨਹੀਂ ਰਤਨਾ ਕੁਝ ਸੋਚਾਂਗੇ। ਰਤਨਾ ਉਹ ਤੋਂ ਵੀ ਡੂੰਘੀ ਸੋਚ 'ਚ ਪੈ ਗਈ, ਪਰ ਜੇ ਲੜਕੀ ਹੋਈ ਮੈਂ ਤਾਂ ਸੋਚ ਕੇ ਹੀ ਘਬਰਾ ਜਾਂਦੀ ਹਾਂ। ਰਾਜੂ ਨੇ ਰਤਨਾ ਨੂੰ ਹੌਸਲਾ ਦਿੱਤਾ, ਪਰ ਅੰਦਰੋਂ ਕਿਸੇ ਥਾਂ ਤੋਂ ਉਹਦਾ ਆਪਣਾ ਹੌਸਲਾ ਵੀ ਸੋਚਾਂ 'ਚ ਪੈ ਗਿਆ। ਉਸ ਰਾਤ ਦੋਵੇਂ ਸੁੱਤੇ ਹੋਏ ਨੀਂਦਰ ਵਿੱਚ ਵੀ ਇੱਕ ਦੂਜੇ ਦਾ ਹੱਥ ਟੋਂਦੇ ਰਹੇ, ਇੱਕ ਦੂਜੇ ਦਾ ਆਸਰਾ ਫੜਦੇ ਰਹੇ ਤੇ ਉਹਨਾਂ ਦੇ ਸੁਪਨਿਆਂ ਵਿੱਚ ਵੀ ਇੱਕ ਸੋਚ ਆਉਂਦੀ ਰਹੀ। ਇੱਕ ਜੰਮਦੇ ਬਾਲ ਦੇ ਮੱਥੇ ਉੱਤੇ ਉਹਨੂੰ ਜਨਮ ਦੇਣ ਵਾਲਿਆਂ ਦੀ ਜ਼ਿੰਦਗੀ ਦੇ ਹਾਦਸੇ ਕਿਉਂ ਲਿਖੇ ਜਾਂਦੇ ਹਨ? ਕਿਉਂ ਉਹਦੀ ਜ਼ਿੰਦਗੀ ਦਾ ਮੁੱਢ ਉਹਨਾਂ ਕੰਮਾਂ ਨਾਲ ਦਾਗਿਆ ਜਾਂਦਾ ਜੋ ਉਹਨੇ ਕੀਤੇ ਨਹੀਂ ਹੁੰਦੇ? ਕਿਉਂ? ਤੇ ਰਤਨਾ ਦੀ ਕੁੱਖ 'ਚ ਇੱਕ ਬਾਲ ਦੇ ਨਾਲ ਜਿਵੇਂ ਇੱਕ ਸਵਾਲੀਆ ਫਿਕਰਾ ਵੀ ਪਲਣ ਲੱਗ ਪਿਆ। ਕੁਝ ਦਿਨਾਂ ਪਿੱਛੋਂ ਗੋਬਿੰਦ ਤੇ ਤਿੰਨਾਂ ਵਿੱਚੋਂ ਇੱਕ ਸਾਥੀ ਪੂਰੀ ਰਾਤ ਬਾਹਰ ਰਹਿ ਕੇ ਮੁੜੇ ਤਾਂ ਗੋਬਿੰਦ ਨੇ ਇੱਕ ਰੁਮਾਲ ਵਿੱਚ ਬੱਝੀ ਇੱਕ ਛੋਟੀ ਜਿਹੀ ਪੋਟਲੀ ਰਾਜੂ ਦੇ ਅੱਗੇ ਰੱਖ ਕੇ ਕਿਹਾ ਇਹ ਥੋੜ੍ਹਾ ਜਿਹਾ ਮਾਲ ਅਸੀਂ ਸ਼ਗਨ ਦੇ ਤੌਰ ਤੇ ਲਿਆਏ ਹਾਂ। ਇੱਕ ਕਲਕੱਤੀਆ ਵਪਾਰੀ ਹੀਰੇ ਮੋਤੀ ਲੈ ਕੇ ਦਿੱਲੀ ਜਾ ਰਿਹਾ ਸੀ। ਕਿਹਾ ਸ਼ਗਨ? ਗੋਬਿੰਦ ਹੱਸ ਪਿਆ। ਮੈਨੂੰ ਬਾਂਕੀ ਨੇ ਦੱਸ ਦਿੱਤਾ ਸੀ ਇਹਨਾਂ ਮੋਤੀਆਂ 'ਚ ਇੱਕ ਖਰਾ ਨੀਲਮ ਹੈ, ਜੇ ਬੇਟੀ ਹੋਈ ਤਾਂ ਅਸੀਂ ਉਹਦਾ ਨਾਂ ਨੀਲਮ ਰੱਖਾਂਗੇ। ਰਾਜੂ ਕੁਛ ਨਹੀਂ ਬੋਲਿਆ, ਪਰ ਰਤਨਾ ਬੋਲੀ ਨਹੀਂ ਗੋਬਿੰਦ, ਸੋਨਾ ਚਾਂਦੀ ਹੀਰਾ ਮੋਤੀ ਕੁਛ ਨਹੀਂ, ਅਸੀਂ ਬੱਚੇ ਦਾ ਨਾਂ ਕਿਸੇ ਫੁੱਲ ਪੱਤੇ ਦੇ ਨਾਂ ਤੇ ਰੱਖਾਂਗੇ। ਦਿਨ ਗੁਜ਼ਰਦੇ ਗਏ। ਪੰਨਾ ਡਾਕੂ ਦੇ ਕਾਰੇ ਅੱਜ ਕੱਲ੍ਹ ਫੇਰ ਲੋਪ ਹੋ ਗਏ ਸਨ। ਸਿਰਫ ਹਵਾ 'ਚ ਇੱਕ ਖਬਰ ਸੀ ਕਿ ਪੰਨੇ ਦਾ ਦੂਜਾ ਹੱਥ ਵੀ ਬੰਦੂਕ ਦੀ ਗੋਲੀ ਨਾਲ ਬੇਕਾਰ ਹੋ ਗਿਆ ਸੀ। ਤੇ ਰਾਜੂ ਕਦੇ-ਕਦੇ ਰਤਨਾ ਨੂੰ ਹੱਸ ਕੇ ਕਹਿੰਦਾ ਚੱਲ ਅਸਾਂ ਦੋਹਾਂ ਨੇ ਉਹਦੇ ਹੱਥ ਤਾਂ ਤੋੜ ਦਿੱਤੇ, ਖੱਬਾ ਮੇਰੀ ਗੋਲੀ ਨਾਲ ਬੇਕਾਰ ਹੋਇਆ ਸੀ, ਸੱਜੇ ਨੂੰ ਤੂੰ ਤੋੜ ਕੇ ਰੱਖ ਦਿੱਤਾ। ਰਤਨਾ ਕਦੇ ਇਸ ਤਸੱਲੀ ਨਾਲ ਖੁਸ਼ ਹੋ ਜਾਂਦੀ, ਕਦੇ ਉਦਾਸ ਜਿਹੀ ਸੋਚਣ ਲੱਗ ਪੈਂਦੀ ਪਰ ਸਾਡੀ ਜ਼ਿੰਦਗੀ ਦੇ ਗੁਆਚੀ ਹੋਏ ਵਰੇ ਸਾਨੂੰ ਕੌਣ ਮੋੜ ਸਕਦਾ ਹੈ? ਰਤਨਾ ਦੀ ਕੁੱਖ 'ਚ ਉਹਦਾ ਬਾਲ ਹਿਲਦਾ ਤਾਂ ਜ਼ਿੰਦਗੀ ਦੀਆਂ ਠੰਡੀਆਂ ਤੇ ਤੱਤੀਆਂ ਲਹਿਰਾਂ ਦੋਵੇਂ ਉਹਦੇ ਪਿੰਡੇ ਨੂੰ ਛੋਹ ਜਾਂਦੀਆਂ। ਇੱਕ ਪਿੰਡੇ ਨੂੰ ਠੰਡ ਪਾਉਂਦੀ ਲਹਿਰ ਆਉਂਦੀ, ਇੱਕ ਕਿਸੇ ਚੰਪਾ ਦੀ ਇਹ ਕਦੋਂ ਕਿਸਮਤ ਹੁੰਦੀ ਹੈ ਕਿ ਉਹਨੂੰ ਉਹਦਾ ਮਰਦ ਮਿਲ ਜਾਏ, ਉਹ ਮਾਂ ਬਣ ਜਾਏ, ਆਪਣੇ ਮਰਦ ਦੇ ਬੱਚੇ ਦੀ ਮਾਂ। ਤੇ ਦੂਜੀ ਉਹਦੇ ਪਿੰਡੇ ਨੂੰ ਲੂਹ ਜਾਂਦੀ ਲਹਿਰ ਆਉਂਦੀ। ਇੱਕ ਇਹੋ ਜਿਹਾ ਰਾਹ ਏ ਜਿਹੜਾ ਪਰਤ ਕੇ ਖੇਤਾਂ ਵੱਲ ਨਹੀਂ ਜਾਂਦਾ। ਉਹਨਾਂ ਦਾ ਕਦੇ ਕੋਈ ਘਰ ਨਹੀਂ ਹੋਏਗਾ ਤੇ ਇਹ ਵੀ ਖਿਆਲ ਆਉਂਦਾ ਮੇਰਾ ਬੱਚਾ ਸਾਰੀ ਉਮਰ ਜੰਗਲਾਂ 'ਚ ਮਾਰਿਆ ਫਿਰੇਗਾ ਤੇ ਕੀ ਪਤਾ ਉਹ ਵੱਡਾ ਹੋ ਕੇ ਕੀ ਬਣ ਜਾਏ। ਬੰਦੂਕ ਹੱਥ ਵਿੱਚ ਫੜੇ ਤਾਂ ਕੀ ਪਤਾ, ਬੰਦੂਕ ਤਾਂ ਗਲਤ ਲੋਕ ਵੀ ਹੱਥ 'ਚ ਫੜਦੇ ਹਨ। ਇੱਕ ਦਿਨ ਸੋਚਾਂ ਤੋਂ ਘਬਰਾ ਕੇ ਰਤਨਾ ਨੇ ਰਾਜੂ ਨੂੰ ਆਖਿਆ ਜੇ ਗੋਬਿੰਦ ਤੇ ਬਾਂਕੀ ਪਿੱਛੇ ਪਿੰਡ ਨੂੰ ਮੁੜ ਜਾਣ ਆਪਣੀਆਂ ਜ਼ਮੀਨਾਂ ਤੇ
ਤੇ ਬਾਲ ਅਸੀਂ ਉਹਨਾਂ ਦੀ ਝੋਲੀ ਪਾ ਦਈਏ। ਨਹੀਂ ਰਤਨਾ, ਇਹ ਰਾਹ ਮੁੜ ਕੇ ਖੇਤਾਂ ਜ਼ਮੀਨਾਂ ਨੂੰ ਨਹੀਂ ਜਾਂਦਾ। ਗੋਬਿੰਦ ਦਾ ਨਾਂ ਵੀ ਪੁਲਿਸ ਦੇ ਕਾਗਜ਼ਾਂ 'ਚ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਮੇਰਾ, ਸਾਡਾ ਸਾਰਿਆਂ ਦਾ। ਰਾਜੂ ਨੇ ਕਿਹਾ ਤਾਂ ਰਤਨਾ ਦੇ ਹੋਂਠ ਸੀਤੇ ਗਏ। ਉਹਦੀਆਂ ਸੋਚਾਂ ਵੀ ਇੱਕੋ ਥਾਵੇਂ ਸੀਪਦੀਆਂ ਤੇ ਉੱਧੜਦੀਆਂ ਰਹੀਆਂ। ਬੇਟਾ ਨਹੀਂ, ਬੇਟੀ ਆਈ। ਰਤਨਾ ਨੇ ਜਦੋਂ ਚਿੱਟੇ ਰੂੰ ਦੇ ਗੋਹੜੇ ਜਿਹੇ ਨੂੰ ਰਾਜੂ ਦੀ ਝੋਲੀ 'ਚ ਪਾਇਆ, ਰਾਜੂ ਦੀਆਂ ਅੱਖਾਂ ਉਸ ਰੇਸ਼ਮ ਦੇ ਗੁੱਛੇ ਜਿਹੇ ਨੂੰ ਤੱਕਦੀਆਂ ਰਹਿ ਗਈਆਂ। ਅੱਖਾਂ 'ਚੋਂ ਵਰਾ ਲੰਘ ਗਿਆ ਤੇ ਕੰਨਾਂ 'ਚ ਪਾ ਬਾ ਦੀ ਤੋਤਲੀ ਜਿਹੀ ਆਵਾਜ਼ ਪੈਣ ਲੱਗ ਪਈ। ਫਿਰ ਅੱਖਾਂ 'ਚੋਂ ਇਕੱਠੇ 5 ਵਰੇ ਲੰਘ ਗਏ ਤੇ ਕੰਨਾਂ 'ਚ ਆਵਾਜ਼ ਪੈਣ ਲੱਗੀ, ਬਾਪੂ ਮੈਂ ਸਕੂਲ ਜਾਣਾ ਹੈ, ਮੈਂ ਘੋੜੇ ਤੇ ਚੜ੍ਹ ਕੇ ਜਾਵਾਂਗੀ। ਤੇ ਰਾਜੂ ਨੇ ਪਲ ਲਈ ਅੱਖਾਂ ਮੀਟ ਲਈਆਂ। ਅੱਖਾਂ ਖੁੱਲੀਆਂ ਤਾਂ ਰਤਨਾ ਦੀਆਂ ਅੱਖਾਂ 'ਚ ਅੱਥਰੂ ਦਿਸੇ। ਉਹ ਆਖ ਰਹੀ ਸੀ, ਰਾਜੂ ਮੈਂ ਭੁੱਲ ਸਕਦੀ ਹਾਂ, ਤੂੰ ਭੁੱਲ ਸਕਦਾ ਹੈ, ਪਰ ਦੁਨੀਆ ਕਦੇ ਨਹੀਂ ਭੁੱਲੇਗੀ ਕਿ ਮੈਂ ਕੌਣ ਸੀ, ਤੂੰ ਕੌਣ ਸੀ। ਅਸੀਂ ਜਿੱਥੇ ਜਾਵਾਂਗੇ ਖੌਫਨਾਕ ਸਾਇਆ ਸਾਡੇ ਨਾਲ ਜਾਏਗਾ ਤੇ ਉਹ ਸਾਇਆ ਇਹਦੇ ਸਿਰ ਉੱਤੇ ਵੀ ਹਮੇਸ਼ਾ। ਤੇ ਰਤਨਾ ਦਾ ਗੱਚ ਭਰਿਆ ਗਿਆ। ਰਤਨਾ ਬੱਚੀ ਨੂੰ ਦੁੱਧ ਅੱਗੇ ਪਾਉਂਦੀ ਤਾਂ ਮੋਹ ਦੀਆਂ ਬੂੰਦਾਂ ਉਹਦੇ ਲੂੰ ਲੂੰ 'ਚੋਂ ਸਿਮ ਆਉਂਦੀਆਂ। ਬੱਚੀ ਦੇ ਹੋਠ ਦੁੱਧ ਦੀਆਂ ਬੂੰਦਾਂ ਨਾਲ ਭਿੱਜ ਜਾਂਦੇ ਤੇ ਰਤਨਾ ਦੇ ਮੂੰਹ ਨਾਲ। ਬੱਚੀ ਦੁਨੀਆ 'ਚ ਆਈ ਸੀ ਪਰ ਅਜੇ ਉਹਨੇ ਦੁਨੀਆ ਵੇਖੀ ਨਹੀਂ ਸੀ। ਰਤਨਾ ਨੇ ਦੁਨੀਆ ਵੇਖੀ ਹੋਈ ਸੀ। ਉਹਦੇ ਮੂੰਹ ਨੂੰ ਕਸੈਲਿਆਂ ਕਰ ਜਾਂਦੇ, ਹੋਂਠ ਤੜਫ ਜਾਂਦੇ, ਹੋਠਾਂ ਦੇ ਬੋਲ ਵੀ। ਤੂੰ ਧੂਪ ਕਾ ਹੈ ਟੁਕੜਾ, ਮੈਂ ਦਾਗ ਦਾਗ ਸਾਇਆ, तू रोशनी का सपना मेरी कोख में क्यों आया, मैं बेदरो दीवार हूँ, तुम्हें कहाँ छिपाऊँ, और तू जहाँ पे खेले वो घर कहाँ से लाऊँ, तू इश्क की है रहमत, तू जिस्म की इबादत, पर मैं सुलगता दामन, मैं सुलगती किस्मत। ते रत्ना इस दुनिया दे खुदा नू विलक के आखदी, तू अज अपने हाथ से कुछ बिगड़ी संवार दे ओ खुदा, ਮੇਰੇ ਜਿਸਮ ਸੇ ਮੇਰਾ ਸਾਇਆ ਉਤਾਰ ਦੇ। ਇੱਕ ਸਵੇਰ ਸੁੱਤੇ ਉੱਠੀ ਰਤਨਾ ਦੇ ਕੋਲ ਆ ਕੇ ਰਾਜੂ ਖਲੋ ਜਿਹਾ ਗਿਆ। ਕੁਝ ਆਖਣ ਨੂੰ ਔੜਦਾ ਪਰ ਚੁੱਪ। ਕੀ ਗੱਲ ਏ ਰਾਜੂ? ਸੁਣ, ਜੇ ਤੂੰ ਚਾਹੇ ਤਾਂ ਕੀ, ਆਪਣੀ ਬੱਚੀ ਖਾਤਰ ਅਸੀਂ ਆਪਣਾ ਸਾਇਆ ਉਹਦੇ ਤੇ ਨਹੀਂ ਪੈਣ ਦਿਆਂਗੇ। ਕਿਸ ਤਰ੍ਹਾਂ? ਉਹ ਪੱਕੇ ਗਾਉਂ ਵਾਲੀ ਸ਼ਾਣੀ ਤੈਨੂੰ ਯਾਦ ਏ? ਹਾਂ, ਜਿਹਦਾ ਬੱਚਾ ਅਸੀਂ ਵਾਪਸ ਲਿਆਏ ਸੀ। ਹਾਂ ਉਹੀ। ਜੇ ਤੂੰ ਚਾਹੇ ਤਾਂ ਸਾਡੀ ਬੱਚੀ ਉੱਥੇ ਪਲ ਸਕਦੀ ਹੈ, ਉਹਦੇ ਕੋਲ। ਪਰ ਉਹ ਚਾਹੇਗੀ? ਰਾਤੀ ਮੈਂ ਗੋਬਿੰਦ ਨੂੰ ਉੱਥੇ ਭੇਜਿਆ ਸੀ। ਉਹਨੇ ਆਖਿਆ ਕਿ ਤੁਹਾਡੇ ਲੋਕਾਂ ਲਈ ਮੇਰੀ ਜਾਨ ਵੀ ਹਾਜ਼ਰ ਏ। ਸੱਚ? ਵੇਖ, ਉਹਨੇ ਇੱਥੋਂ ਤੱਕ ਸੋਚਿਆ ਹੈ। ਕਹਿਣ ਲੱਗੀ, ਮੈਂ 5-6 ਦਿਨ ਲਈ ਪਿੰਡੋਂ ਚਲੀ ਜਾਵਾਂਗੀ, ਫਿਰ ਬੱਚੀ ਨੂੰ ਲੈ ਕੇ ਪਿੰਡ ਆਵਾਂਗੀ। ਸਭ ਨੂੰ ਕਵਾਂਗੀ ਕਿ ਮੇਰਾ ਪੁੱਤਰ ਜਦੋਂ ਸ਼ਹਿਰ 'ਚ ਪੜ੍ਹਦਾ ਸੀ ਉਹਨੇ ਉੱਥੇ ਕਿਤੇ ਵਿਆਹ ਕਰ ਲਿਆ ਸੀ। ਇਹ ਉਸੇ ਦੀ ਬੱਚੀ ਏ, ਉਹਦੀ ਨਿਸ਼ਾਨੀ ਘਰ ਲੈ ਆਈ ਹਾਂ। ਉਹ ਜਿਹਨੂੰ ਡਾਕੂਆਂ ਨੇ ਮਾਰ ਦਿੱਤਾ ਸੀ? ਹਾਂ ਉਹੀ। ਉਹ ਖੁਦਾ! ਰਤਨਾ ਸੋਚੀ ਪੈ ਗਈ। ਜਾਪਿਆ ਖੁਦਾ ਨੇ ਮੇਰੀ ਗੱਲ ਤਾਂ ਸੁਣ ਲਈ। ਮੇਰੀ ਬੱਚੀ ਤੋਂ ਸ਼ਾਇਦ ਮੇਰਾ ਸਾਇਆ ਉਤਰ ਜਾਏਗਾ। ਪਰ ਤੇ ਇੱਕ ਮਾਂ ਨੂੰ ਇਸ ਪਰ ਦਾ ਜਵਾਬ ਕੌਣ ਦੇ ਸਕਦਾ ਹੈ? ਇਸ ਪਰ ਅੱਗੇ ਖੁਦਾ ਵੀ ਚੁੱਪ ਦਾ ਚੁੱਪ ਰਹਿ ਜਾਂਦਾ ਹੈ। ਖੁਦਾ ਚੁੱਪ ਰਿਹਾ। ਸਿਰਫ ਰਤਨਾ ਬਾਂਕੀ ਨੂੰ ਕੋਲ ਬਿਠਾ ਕੇ ਭਰੀਆਂ ਅੱਖਾਂ ਨਾਲ ਕਹਿਣ ਲੱਗੀ, ਬਾਂਕੀ ਤੂੰ ਮੇਰੀ ਖਾਤਰ ਬਹੁਤ ਕੁਝ ਕੀਤਾ ਹੈ, 4-6 ਮਹੀਨੇ ਮੇਰੀ ਖਾਤਰ। ਬਾਂਕੀ ਨੂੰ ਸਭ ਕੁਝ ਪਤਾ ਸੀ। ਗੋਬਿੰਦ ਨੇ ਦੱਸਿਆ ਸੀ। ਆਖਣ ਲੱਗੀ, ਬੀਬੀ ਤੁਸਾਂ ਮੇਰੇ ਮੂੰਹ ਦੀ ਗੱਲ ਖੋਹ ਲਈ। ਇਹ ਤਾਂ ਮੈਂ ਕਹਿਣ ਲੱਗੀ ਸਾਂ ਕਿ ਮੈਨੂੰ 1-2 ਵਰੇ ਬੱਚੀ ਦੇ ਕੋਲ ਰਹਿਣ ਦਿਓ, ਮੈਂ ਉੱਥੇ ਰਵਾਂਗੀ, ਇਹਨੂੰ ਫੁੱਲਾਂ ਵਾਂਗ ਰੱਖਾਂਗੀ। ਰਤਨਾ ਨੇ ਬਾਂਕੀ ਨੂੰ ਛਾਤੀ ਨਾਲ ਲਾ ਲਿਆ, ਕਿਹਾ ਤੂੰ ਇਹਦੇ ਕੋਲ ਹੋਏਂਗੀ ਤਾਂ ਮੈਂ ਇਹਨੂੰ ਤੇਰੀਆਂ ਅੱਖਾਂ ਨਾਲ ਵੇਖ ਲਿਆ ਕਰਾਂਗੀ। ਤੇ ਉਸ ਦਿਨ ਜਿਵੇਂ ਰਤਨਾ ਨੇ ਕਿਹਾ ਸੀ, ਬੱਚੀ ਦਾ ਨਾਂ ਫੁੱਲਾਂ ਪੱਤਿਆਂ ਦੇ ਨਾਂ ਵਰਗਾ ਬੇਲਾ ਰੱਖ ਕੇ ਤੇ ਬੱਚੀ ਨੂੰ ਬਾਂਕੀ ਦੀ ਝੋਲੀ 'ਚ ਪਾ ਕੇ ਪੱਕੇ ਗਾਉਂ ਤੋਰ ਦਿੱਤਾ। ਉਸ ਰਾਤ ਸਾਰੀ ਰਾਤ ਰਤਨਾ ਨੂੰ ਜਾਪਦਾ ਰਿਹਾ ਜਿਵੇਂ ਉਹਦੀਆਂ ਅੱਖਾਂ ਵੀ ਨਾਲੇ ਤੁਰ ਗਈਆਂ ਹੋਣ। ਮਾਂ ਬਣਨਾ ਇੱਕ ਸੁਪਨਾ ਜਿਹਾ ਲੱਗਦਾ ਰਿਹਾ, ਜੋ ਅੱਖਾਂ ਮੀਟੀਆਂ ਦਿਸਦਾ ਸੀ ਪਰ ਅੱਖਾਂ ਖੋਲ੍ਹਿਆਂ ਦਿਸਦਾ ਨਹੀਂ ਸੀ। ਕੋਈ 1 ਮਹੀਨੇ ਪਿੱਛੋਂ ਬਾਂਕੀ ਇੱਕ ਰਾਤ ਵਾਸਤੇ ਆਈ, ਬੱਚੀ ਦੀ ਖੈਰ ਖਬਰ ਦੱਸਣ ਲਈ, ਤੇ ਦੱਸਦੀ ਰਹੀ ਕਿ ਹੁਣ ਉਹਦੀਆਂ ਅੱਖਾਂ 'ਚ ਬਾਂਕੀ ਦੀ ਪਛਾਣ ਵੀ ਪੈਂਦੀ ਪਈ ਸੀ ਤੇ ਸ਼ਾਣੀ ਦੀ ਵੀ। ਰਤਨਾ ਦੇ ਕਲੇਜੇ 'ਚ ਰੁੱਗ ਭਰਿਆ ਗਿਆ। ਸਿਰਫ ਉਹਦੀਆਂ ਅੱਖਾਂ ਵਿੱਚ ਮਾਂ ਦੀ ਪਛਾਣ ਕਦੇ ਨਹੀਂ ਹੋਏਗੀ, ਪਰ ਉਹਨੇ ਆਖਿਆ ਕੁਛ ਨਹੀਂ। ਬਾਂਕੀ ਸ਼ਾਣੀ ਦੀਆਂ ਗੱਲਾਂ ਸੁਣਾ ਹੱਸਦੀ ਰਹੀ। ਬੀਬੀ ਜੇ ਤੁਸੀਂ ਪਹਿਲੇ ਦਿਨ ਸ਼ਾਣੀ ਦੀਆਂ ਕਿਤੇ ਗੱਲਾਂ ਸੁਣਦੇ, ਉਹਨੇ ਤਾਂ ਸਾਰੇ ਪਿੰਡ ਦਾ ਸਿਰ ਭੁਆ ਦਿੱਤਾ। ਕਿਸ ਤਰ੍ਹਾਂ? ਇੱਥੋਂ ਗੋਬਿੰਦ ਸਾਨੂੰ ਸਟੇਸ਼ਨ 'ਤੇ ਲੈ ਗਿਆ ਸੀ। ਉਹਨੇ ਵੇਲਾ ਮਿੱਥਿਆ ਹੋਇਆ ਸੀ, ਸ਼ਾਣੀ ਵੀ ਉੱਥੇ ਸੀ। ਫਿਰ ਉਹਨੇ ਸਾਨੂੰ ਟਾਂਗੇ 'ਚ ਬਿਠਾ ਕੇ ਸ਼ਾਣੀ ਦੇ ਘਰ ਤੋਰ ਦਿੱਤਾ। ਮੈਨੂੰ ਪਤਾ ਹੈ, ਪਰ ਤੁਸਾਂ ਉਹ ਨਹੀਂ ਵੇਖਿਆ ਜੋ ਸ਼ਾਣੀ ਨੇ ਘਰ ਪਹੁੰਚ ਕੇ ਪਿੰਡ ਇਕੱਠਾ ਕਰ ਲਿਆ।
ਪਹਿਲੋਂ ਇੱਕ ਗੁਆਂਢਣ ਆਈ, ਫਿਰ ਦੂਜੀ, ਫਿਰ ਪਤਾ ਨਹੀਂ ਕਿੰਨੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ। ਵਾਰੀ-ਵਾਰੀ ਸਾਰੀਆਂ ਨੂੰ ਸੁਣਾਏ ਤੇ ਨਾਲ-ਨਾਲ ਅੱਖਾਂ ਪੂੰਝਦੀ ਜਾਏ। ਕਿ ਮੁੰਡੇ ਨੇ ਆਖਿਓਂ ਬਾਹਰਾ ਹੋ ਕੇ ਸ਼ਹਿਰ 'ਚ ਕਿਤੇ ਕੁੜੀ ਨਾਲ ਵਿਆਹ ਕਰ ਲਿਆ ਸੀ। ਇੱਕ ਵਾਰੀ ਉਹਨੇ ਹੱਸ ਕੇ ਮੈਨੂੰ ਦੱਸਿਆ ਵੀ ਸੀ। ਮੈਂਨੂੰ ਯਕੀਨ ਨਹੀਂ ਸੀ ਕੀਤਾ। ਮੈਂ ਸੋਚਿਆ ਐਵੇਂ ਮੈਨੂੰ ਖਿਜਾਉਂਦਾ ਹੈ। ਉਹ ਵਿਚਾਰੀ ਦਾ ਜਵਾਨ ਪੁੱਤਰ ਸੀ। ਮੋਏ ਹੋਏ ਪੁੱਤਰ ਦੇ ਨਾਂ ਵੀ ਉਹਨੇ ਸਾਡੀ ਖਾਤਰ ਦੋਸ਼ ਲਾ ਦਿੱਤਾ। ਰਤਨਾ ਇਸ ਘੜੀ ਸ਼ਾਹਣੀ ਦੇ ਦਿਲ ਤੋਂ ਵਾਰੀ ਜਿਹੀ ਹੋ ਗਈ। ਬਾਂਕੀ ਦੱਸਣ ਲੱਗੀ, ਆਖੇ ਮੈਨੂੰ ਤਾਂ ਮੁੰਡੇ ਦੇ ਮਰਨ ਪਿੱਛੋਂ ਹੀ ਪਤਾ ਲੱਗਾ ਜਦੋਂ ਕੁੜੀ ਦੀਆਂ ਚਿੱਠੀਆਂ ਆਉਣ ਲੱਗੀਆਂ। ਹੁਣ ਮੈਂ ਕਿਸੇ ਨਾਲ ਗੱਲ ਕਰਦੀ ਤਾਂ ਕੀ ਕਰਦੀ, ਪਰ ਰੱਬ ਨੇ ਕਰਨੀ ਇਹ ਕਰ ਦਿੱਤੀ ਕਿ ਕੁੜੀ ਜਦੋਂ ਪੂਰਿਆਂ ਦਿਨਾਂ ਤੇ ਹੋਈ ਤਾਂ ਮੈਨੂੰ ਲਿਖਣ ਲੱਗੀ ਕਿ ਮੋਇਆਂ ਨਾਲ ਕਾਹਦਾ ਗੁੱਸਾ, ਮੈਨੂੰ ਘਰ ਬੁਲਾ ਲਓ ਤੇ ਆਪਣੇ ਪੁੱਤਰ ਦੀ ਨਿਸ਼ਾਨੀ ਆਪਣੀ ਹੱਥੀਂ ਪਾ ਲਓ। ਰਤਨਾ ਦੀ ਜੀ ਨੂੰ ਘੇਰ ਪਈ। ਸਾਡੀ ਧੀ ਸਾਡੇ ਜਿਉਂਦਿਆਂ ਹੀ ਯਤੀਮ ਹੋ ਗਈ। ਪਰ ਰਤਨਾ ਨੇ ਕੁਝ ਕਿਹਾ ਨਹੀਂ। ਬਾਂਕੀ ਦੱਸਦੀ ਰਹੀ, ਪਿੰਡ ਦੀਆਂ ਤੀਵੀਆਂ ਸਗੋਂ ਸ਼ਾਹਣੀ ਨੂੰ ਆਖਣ ਕਿ ਉਹ ਵਿਚਾਰੀ ਸੱਚੀ ਆਂਦੀ ਸੀ, ਤੈਨੂੰ ਉਦੋਂ ਹੀ ਘਰ ਬੁਲਾ ਲੈਣਾ ਚਾਹੀਦਾ ਸੀ। ਤੇ ਅੱਗੋਂ ਸ਼ਾਹਣੀ ਆਖੇ, ਨਹੀਂ ਮੇਰੇ ਤੋਂ ਹੀ ਕਸੂਰ ਹੋ ਗਿਆ, ਮੈਂ ਉਹਨੂੰ ਘਰ ਬੁਲਾ ਲੈਂਦੀ ਤਾਂ ਖੌਰੇ ਵਿਚਾਰੀ ਬਚ ਜਾਂਦੀ। ਉੱਥੇ ਹਸਪਤਾਲਾਂ 'ਚ ਇਕੱਲੀ ਰੁਲਦੀ ਰਹੀ। ਫਿਰ ਉਹਦਾ ਖੱਤ ਆਇਆ ਕਿ ਕੁੜੀ ਹੋਈਏ ਤਾਂ ਮੇਰਾ ਮਨ ਨਹੀਂ ਸੰਭਲਿਆ। ਸੋਚਿਆ 2 ਦਿਨ ਜਾ ਕੇ ਆਪਣੇ ਹੱਥੀ ਪੁੱਤਰ ਦੀ ਨਿਸ਼ਾਨੀ ਘਰ ਲੈ ਆਵਾਂ। ਉਹ ਜਾਣੇ ਜੋ ਵੀ ਸੀ, ਹੈ ਤਾਂ ਪੁੱਤਰ ਸੀ। ਪਰ ਫਿਰ ਉਹਨੇ ਉਸ ਕੁੜੀ ਦਾ ਕੀ ਦੱਸਿਆ? ਇਹੋ ਹੀ ਆਖ ਦਿੰਦੀ ਕਿ ਉਹ ਕੁੜੀ ਤੂੰ ਹੈ। ਰਤਨਾ ਪੁੱਛਣ ਲੱਗੀ। ਬਾਂਕੀ ਨੇ ਕਿਹਾ, ਮੈਂ ਤਾਂ ਟਾਂਗੇ 'ਚ ਉਹਨੂੰ ਇਹੋ ਹੀ ਸਲਾਹ ਦਿੱਤੀ ਸੀ, ਪਰ ਉਹ ਆਖਣ ਲੱਗੀ ਕਿ ਫਿਰ ਤੈਨੂੰ ਵੀ ਸਾਰੀ ਉਮਰ ਇੱਥੇ ਰਹਿਣਾ ਪਏਗਾ, ਇਹਦੇ ਘਰ। ਹਾਂ, ਇਹ ਤਾਂ ਮੈਂ ਸੋਚਿਆ ਹੀ ਨਹੀਂ। ਮੈਂ ਤਾਂ ਅੱਗੇ ਹੀ ਕਸੂਰਵਾਰ ਹਾਂ ਕਿ ਮੈਂ ਤੇਰੀ ਤੇ ਗੋਬਿੰਦ ਦੀ ਰਾਮ ਸੀਤਾ ਜੀ ਜੋੜੀ ਵਿੱਚ ਛੋੜ ਦਿੱਤੀ ਹੈ। ਨਹੀਂ ਬੀਬੀ, ਬਾਂਕੀ ਸੰਗ ਵੀ ਗਈ, ਪਰ ਖੁਸ਼ੀ ਨਾਲ ਕਹਿਣ ਲੱਗੀ, ਮੈਨੂੰ ਤਾਂ ਤੁਸੀਂ ਨਾ ਵੀ ਆਖਦੇ, ਮੈਂ ਤਾਂ ਬੇਲਾ ਦੇ ਨਾਲ ਜਾਣਾ ਸੀ। ਐਡੀ ਛੋਟੀ ਜੀ ਨੂੰ ਮੈਂ ਇਕੱਲਿਆਂ ਨਹੀਂ ਸੀ ਛੱਡਣਾ। ਰਤਨਾ ਦੀਆਂ ਅੱਖਾਂ 'ਚ ਪਾਣੀ ਆ ਗਿਆ, ਪਰ ਮਨ ਨੂੰ ਥੰਮ ਕੇ ਪੁੱਛਣ ਲੱਗੀ, ਫਿਰ ਸ਼ਾਹਣੀ ਨੇ ਉਸ ਕੁੜੀ ਬਾਰੇ ਕੀ ਆਖਿਆ? ਆਖਣ ਲੱਗੀ, ਮੈਂ ਤਾਂ ਸ਼ਰਮਿੰਦੀ ਹਾਂ, ਖੌਰੇ ਮਹੀਨਾ ਪਹਿਲੋਂ ਅੱਪੜ ਜਾਂਦੀ ਤਾਂ ਕੁੜੀ ਨਾ ਮਰਦੀ। ਵਿਚਾਰੀ ਦੇ ਅਖੀਰਲੇ ਦਿਨ ਖੌਰੇ ਮੇਰਾ ਹੀ ਰਾਹ ਵੇਖਦੇ ਪਏ ਸਨ। ਬਸ ਉਹਨੇ ਕੁੜੀ ਮੇਰੀ ਝੋਲੀ ਪਾਈ ਤੇ ਸਾਹ ਤੋੜ ਦਿੱਤੇ। ਉਂਝ ਤਾਂ ਜੋ ਉਹਨੇ ਆਖਿਆ ਠੀਕ ਕੀਤਾ। ਪੁੱਤਰ ਦੀ ਨਿਸ਼ਾਨੀ ਆਖ ਕੇ ਉਹਨੂੰ ਘਰ ਵੰਸ਼ ਦਾ ਨਾਮ ਵੀ ਦੇ ਦਿੱਤਾ ਤੇ ਸਾਰੇ ਸ਼ੱਕ ਵੀ ਹਮੇਸ਼ਾ ਲਈ ਮੁਕਾ ਦਿੱਤੇ। ਰਤਨਾ ਨੇ ਆਖਿਆ, ਪਰ ਮਨ 'ਚ ਜਿਉਂਦਿਆਂ ਮਰਨ ਵਾਂਗੂ ਹੋ ਗਈ। ਫਿਰ ਦਿਲ ਨੂੰ ਥੰਬਦੀ ਬਾਂਕੀ ਨੂੰ ਪੁੱਛਣ ਲੱਗੀ, ਪਰ ਤੇਰੇ ਬਾਰੇ ਉਹਨੇ ਕੀ ਦੱਸਿਆ? ਬੜੀ ਸਿੱਧੀ ਜੀ ਗੱਲ ਕਿ ਉੱਥੇ ਸ਼ਹਿਰ 'ਚ ਵੀ ਇਹੀਓ ਬੱਚੀ ਨੂੰ ਪਾਲਦੀ ਸੀ ਜਦੋਂ ਉਹਦੀ ਮਾਂ ਬਿਮਾਰ ਸੀ, ਇਸ ਲਈ ਉਹ ਮਿੰਨਤ ਮੁਹਤਾਜੀ ਕਰਕੇ ਮੈਨੂੰ ਨਾਲ ਲੈ ਆਈਏ ਤੇ ਜਨਾਨੀਆਂ ਸਗੋਂ ਇਸ ਗੱਲੋਂ ਉਹਦੀ ਹਮਾਇਤ ਕਰਨ ਲੱਗੀਆਂ ਕਿ ਸ਼ਾਹਣੀ ਐ ਤੂੰ ਚੰਗਾ ਕੀਤਾ, ਹੁਣ ਐਸ ਉਮਰੇ ਤੇਰੇ ਕੋਲੋਂ ਐ ਰੂੰ ਦੀ ਬੱਤੀ ਜੀ ਕਿਵੇਂ ਭਲਣੀ ਸੀ। ਤੇ ਬੀਬੀ ਸ਼ਾਹਣੀ ਵੀ ਬੜੀ ਚੰਗੀ ਏ, ਵੱਡੇ ਵੇਲੇ ਦੇ ਨਾਂ ਜੋਗੀ। ਆਂਦੀ ਸੀ ਬੀਬੀ ਨੂੰ ਆਖੀ, ਦਿਲ ਨਾ ਡੁਲਾਈ, ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਨੇ, ਬੰਦਾ ਜਿਉਂਦਾ ਰਹੇ ਤਾਂ ਕਦੀ ਨਾ ਕਦੀ ਦਰਸ਼ਨ ਮੇਲਾ ਹੋ ਹੀ ਜਾਂਦਾ। ਬਾਂਕੀ ਨੇ ਸ਼ਾਹਣੀ ਦੀਆਂ ਕਈਆਂ ਜਿਵੇਂ ਕੰਠ ਕੀਤੀਆਂ ਹੋਈਆਂ ਸਨ। ਰਤਨਾ ਦਾ ਜੀ ਥੰਮ ਗਿਆ। ਸੋਚਾਂ ਵੀ ਸ਼ਾਹਣੀ ਦੇ ਦਿਲ ਅੱਗੇ ਝੁਕ ਗਈਆਂ, ਜਿਹਦੇ 'ਚ ਆਪਣੇ ਪੁੱਤਰ ਦੀ ਇਹੋ ਜਿਹੀ ਮੌਤ ਵੇਖਣ ਪਿੱਛੋਂ ਵੀ ਦੁਨੀਆ ਵਾਸਤੇ ਇਹ ਹਰਿਆਲੀ ਬਚ ਗਈ ਸੀ। ਪੁੱਛਣ ਲੱਗੀ, ਉਸ ਛੋਟੇ ਲੜਕੇ ਦਾ ਨਾਂ ਕੀ ਹੈ? ਸੁਨੀਲ, ਬਾਂਕੀ ਨੇ ਦੱਸਿਆ। ਉਹ ਬੇਲਾ ਨੂੰ ਪਿਆਰ ਕਰਦਾ, ਖਿਡਾਉਂਦਾ, ਬੜਾ ਹੀ ਚਾਅ ਕਰਦਾ ਹੈ। ਇੱਕ ਦਿਨ ਆਖਣ ਲੱਗਾ, ਬੇਲਾ ਤੂੰ ਵੱਡੀ ਹੋਏਂਗੀ ਤਾਂ ਅਸੀਂ ਦੋਵੇਂ ਭੈਣ ਭਰਾ ਸਕੂਲ ਜਾਵਾਂ ਕਰਾਂਗੇ। ਸੱਚ? ਤੇ ਸ਼ਾਹਣੀ ਹੱਸਣ ਲੱਗ ਪਈ। ਆਖਣ ਲੱਗੀ, ਵੇ ਤੂੰ ਇਹਦਾ ਚਾਚਾ ਲੱਗਣਾ ਹੈ। ਹਾਂ ਸੱਚ, ਰਤਨਾ ਨੇ ਆਖਿਆ ਤੇ ਉਹਨੂੰ ਵੀ ਹਾਸਾ ਆ ਗਿਆ। ਇੰਜ ਵੇਲਾ ਲੰਘਦਾ ਗਿਆ। ਰਾਜੂ ਤੇ ਰਤਨਾ ਨੇ ਬੇਲਾ ਦੇ ਵਰ੍ਹੇਗੰਢ ਤੇ ਜੰਗਲ ਦੀ ਵੀਰਾਨੀ 'ਚ ਇੱਕ ਦੀਵਾ ਜਗਾਇਆ ਤੇ ਉਹਦੀ ਲੋਰ ਨੂੰ ਆਪਣੇ ਪੱਲੇ ਦਾ ਆਸਰਾ ਦਿੰਦੇ ਰਹੇ। ਪੰਨੇ ਦੀ ਕੋਈ ਉਗ ਸੁਗ ਨਹੀਂ ਸੀ। ਕਦੇ ਅਵਾਈ ਸੁਣਦੀ ਕਿ ਸਮੁੰਦਰ 'ਚ ਚੋਰੀ ਦਾ ਮਾਲ ਢੋਂਦੇ ਦੀ ਪੁਲਿਸ ਨੇ ਬੇੜੀ ਉਲਟਾਤੀ ਸੀ ਤੇ ਉਹ ਸਮੁੰਦਰ 'ਚ ਡੁੱਬ ਕੇ ਮਰ ਗਿਆ। ਪਰ ਕਦੇ ਇਹ ਅਫਵਾਹ ਵੀ ਸੁਣੀਂਦੀ ਸੀ ਕਿ ਉਹਨੇ ਪੁਲਿਸ ਦੇ ਨਾਲ ਰਲ ਕੇ ਬਹੁਤ ਸਾਰਾ ਅਸਲਾ ਜੋੜ ਲਿਆ ਤੇ ਹੁਣ ਉਹਦੇ ਦੋਵੇਂ ਹੱਥ ਬੇਕਾਰ ਹਨ, ਇਸ ਲਈ ਉਹ ਤਗੜਾ ਗਰੋਹ ਬਣਾਉਣ ਵਾਸਤੇ ਬੜੇ ਜਵਾਨ ਬੰਦੇ ਲੱਭਦਾ ਪਿਆ। ਬੇਲਾ ਜਦੋਂ 6 ਵਰ੍ਹਿਆਂ ਦੀ ਹੋ ਗਈ ਤਾਂ ਰਾਜੂ ਨੇ ਗੋਬਿੰਦ ਦੇ ਹੱਥ ਸ਼ਾਹਣੀ ਨੂੰ ਅਖਵਾ ਭੇਜਿਆ ਕਿ ਹੁਣ ਉਹਦੇ ਸਕੂਲ ਜਾਣ ਦਾ ਵੇਲਾ ਹੋ ਗਿਆ। ਜੇ ਉਹ ਸੁਨੀਲ ਨੂੰ ਵੀ ਪਿੰਡ ਦੇ ਸਕੂਲ 'ਚੋਂ ਉਠਾ ਕੇ ਦੋਵਾਂ ਨੂੰ ਮਸੂਰੀ ਪੜ੍ਹਨ ਲਈ ਭੇਜ ਦੇਵੇ ਤਾਂ ਚੰਗਾ ਹੋਵੇ। ਸ਼ਾਹਣੀ ਨੇ ਉਵੇਂ ਕੀਤਾ ਜਿਵੇਂ ਰਾਜੂ ਨੇ ਚਾਹਿਆ ਸੀ, ਸਗੋਂ ਅਖਵਾ ਭੇਜਿਆ, ਇਹ ਤਾਂ ਤੁਸੀਂ ਮੇਰੇ ਮਰਨ ਵਾਲੇ ਪੁੱਤਰ ਦੀ ਮਨਸਾ ਪੂਰੀ ਕਰ ਦਿੱਤੀ। ਉਹ ਜਿਉਂਦਾ ਸੀ ਤਾਂ ਆਖਦਾ ਸੀ, ਮਾਂ ਅਸੀਂ ਸੁਨੀਲ ਨੂੰ ਬੜੇ ਵੱਡੇ ਸਕੂਲ 'ਚ ਪੜ੍ਹਾਵਾਂਗੇ। ਦੋਵਾਂ ਬੱਚਿਆਂ ਦੇ ਦਾਖਲੇ ਲਈ ਜਦੋਂ ਥਾਵਾਂ ਮਿਲ ਗਈਆਂ ਤਾਂ ਬਾਂਕੀ ਤੇ ਗੋਬਿੰਦ ਸ਼ਾਹਣੀ ਦੇ ਨਾਲ ਗਏ ਤੇ ਬੱਚਿਆਂ ਨੂੰ ਹੌਸਟਲਾਂ 'ਚ ਛੱਡ ਆਏ। ਵਾਪਸ ਆਏ ਤਾਂ ਰਤਨਾ ਨੇ ਹੌਲੀ ਜੀ ਪੁੱਛਿਆ, ਕਿਹੋ ਜੀ ਲੱਗਦੀ ਪਈ ਸੀ? ਬਾਂਕੀ ਹੱਸਣ ਲੱਗ ਪਈ।
ਬੀਬੀ, ਉਸ ਸਕੂਲ 'ਚ ਸਭ ਕੁੜੀਆਂ ਇੱਕੋ ਜਿਹੇ ਕੱਪੜੇ ਪਾਉਂਦੀਆਂ ਨੇ। ਸਾਡੀ ਬੇਲਾ ਨੇ ਵੀ ਉਹ ਜਿਹੇ ਕੱਪੜੇ ਪਾਏ। ਮੈਂ ਤਾਂ ਪਛਾਣ ਹੀ ਨਾ ਸਕਾਂ। ਵੇਖ ਵੇਖ ਕੇ ਹੱਸੀ ਜਾਵਾਂ। ਖੁਸ਼ ਸੀ? ਉਹ ਤਾਂ ਖੁਸ਼ ਸੀ, ਪਰ ਬੀਬੀ, ਬਾਂਕੀ ਦੀ ਗੱਲ ਕਰਦੀ ਤੇ ਜਿਵੇਂ ਹੋਂਠ ਸੁੱਕ ਗਏ ਜਦੋਂ ਉੱਤੇ ਲਿਖਵਾਇਆ ਕਿ ਸਿਰਫ ਇਹਦੀ ਦਾਦੀ ਮਾਂ ਜਿਉਂਦੀ ਏ, ਇਹਦੇ ਮਾਂ-ਬਾਪ। ਇਸ ਵੇਲੇ ਅੱਜ ਰਤਨਾ ਨੇ ਬਾਂਕੀ ਨੂੰ ਧੀਰਜ ਦਿੱਤਾ। ਕਾਗਜ਼ਾਂ ਦੇ ਲਿਖੇ ਦਾ ਕੀ ਏ ਬਾਂਕੀ? ਕਾਗਜ਼ਾਂ 'ਚ ਤਾਂ ਕਿੰਨਾ ਕੁਝ ਝੂਠ ਹੁੰਦਾ ਹੈ। ਸਾਨੂੰ ਵੀ ਤਾਂ ਕਾਗਜ਼ਾਂ 'ਚ ਲੋਕਾਂ ਨੇ ਡਾਕੂ ਲਿਖਿਆ ਹੋਇਆ, ਪਰ ਇਹਦੇ ਨਾਲ ਅਸੀਂ ਕੋਈ ਡਾਕੂ ਬਣ ਗਏ ਹਾਂ? ਜੇ ਅਸੀਂ ਜਿਉਂਦੇ ਹਾਂ ਤੇ ਸਾਨੂੰ ਕੀ, ਉਹ ਭਾਵੇਂ ਕਾਗਜ਼ਾਂ 'ਚ ਮਰ ਗਏ ਲਿਖ ਛੱਡਣ। ਫਿਰ ਕੁਝ ਪਿੰਡ ਵਿੱਚੋਂ ਉੱਤੋੜ ਉੱਤੀ ਪਕੜ ਦੇ ਹਾਦਸੇ ਹੋਣ ਲੱਗੇ। ਲੋਕ ਆਖਦੇ ਕੋਈ ਡਾਕੂ ਜਦੋਂ ਬੁੱਢਾ ਹੋ ਜਾਂਦਾ ਹੈ, ਲੜਨ ਮਰਨ ਜੋਗਾ ਨਹੀਂ ਰਹਿੰਦਾ ਤੇ ਪਿੰਡ ਦੇ ਡੰਗਰਾਂ ਨੂੰ ਜਾਂ ਬਾਲਾਂ ਨੂੰ ਫੜ ਕੇ ਫਰੌਤੀ ਲੈਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਜਿੰਨੀ ਕਿਸੇ ਦੀ ਪੁੱਜਤ ਹੋਵੇ ਉਹਦੇ ਕੋਲੋਂ ਉਸ ਹਿਸਾਬ ਪੈਸੇ ਲੈ ਕੇ ਉਹਦੇ ਡੰਗਰ ਜਾਂ ਉਹਦਾ ਬਾਲ ਮੋੜ ਦਿੰਦਾ ਤੇ ਅਫਵਾਹ ਫੈਲੀ ਕਿ ਪੰਨਾ ਡਾਕੂ ਹੁਣ ਬੁੱਢਾ ਹੋ ਗਿਆ ਤੇ ਨਕਾਰੇ ਹੱਥਾਂ ਵਾਲਾ, ਇਸ ਲਈ ਇਹ ਜ਼ਰੂਰ ਉਸੇ ਦਾ ਕੰਮ ਹੈ। ਰਾਜੂ ਨੇ ਸੂਹ ਕੱਢੀ ਪਰ ਨਿਕਲੀ ਨਹੀਂ। ਜਿਨ੍ਹਾਂ ਲੋਕਾਂ ਨਾਲ ਇਹ ਹਾਦਸਾ ਹੁੰਦਾ ਸੀ ਉਹ ਡਾਕੂ ਦਾ ਨਾਂ ਪਤਾ ਨਹੀਂ ਸੀ ਦੱਸਦੇ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜੇ ਉਹਨਾਂ ਦੇ ਮੂੰਹੋਂ ਕੁਝ ਥੋਹ ਖਬਰ ਨਿਕਲੀ ਤਾਂ ਉਹਨਾਂ ਦਾ ਬੱਚਾ ਜਿਉਂਦਾ ਨਹੀਂ ਮੁੜੇਗਾ, ਇਸ ਲਈ ਉਹ ਗੁੰਮ ਦੇ ਗੁੰਮ ਰਹਿੰਦੇ ਸੀ। ਇੱਕ ਵਾਰ ਪਤਾ ਲੱਗਾ ਕਿ ਕੋਈ ਡੁੱਡਾ ਡਾਕੂ ਫੜਿਆ ਗਿਆ ਤੇ ਉਹਦੇ ਹੱਥਾਂ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਹਨ ਤੇ ਪੁਲਿਸ ਨੇ ਕੁਝ ਪਿੰਡਾਂ ਵਾਲਿਆਂ ਨੂੰ ਸ਼ਨਾਖਤ ਲਈ ਬੁਲਾਇਆ। ਭਾਵੇਂ ਨਾਲ ਇਹ ਵੀ ਖਬਰ ਸੀ ਕਿ ਕੋਈ ਮੰਨਿਆ ਹੋਇਆ ਡਾਕੂ ਨਹੀਂ, ਅਸਲੀ ਡਾਕੂ ਨੇ ਐਵੇਂ ਪੁਲਿਸ ਦੀਆਂ ਅੱਖਾਂ ਝੁਠਿਆਉਣ ਲਈ ਆਪਣਾ ਕੋਈ ਰਿਹਾ ਕਿਹਾ ਸਾਥੀ ਫੜਵਾ ਦਿੱਤਾ। ਪਰ ਨਾਲ ਇਹ ਵੀ ਅਫਵਾਹ ਸੀ ਕਿ ਪੰਨਾ ਡਾਕੂ ਹੈ, ਜਿਹਨੂੰ ਉਸੇ ਦੇ ਗਰੋਹ ਦੇ ਇੱਕ ਆਦਮੀ ਨੇ ਗਰੋਹ ਦਾ ਮੁਖੀਆ ਬਣਨ ਲਈ ਪੁਲਿਸ ਦੇ ਹੱਥ ਦੇ ਦਿੱਤਾ। ਰਾਜੂ ਉੱਚੇ ਲੰਬੇ ਕੱਦ ਦਾ ਤੇ ਆਮ ਲੋਕਾਂ ਨਾਲੋਂ ਵੱਖਰਾ ਹੀ ਸੋਹਣਾ ਦਿਸਦਾ ਬੰਦਾ ਸੀ, ਜਿਹੜਾ ਸੈਂਕੜਿਆਂ ਵਿੱਚੋਂ ਵੀ ਇੱਕ ਪਛਾਣਿਆ ਜਾਂਦਾ ਸੀ। ਤੇ ਉਂਝ ਵੀ ਆਪਣੀ ਇਸ ਜ਼ਿੰਦਗੀ ਦੇ ਮੁੱਢ ਵੇਲੇ ਉਹ ਇੱਕ ਵਾਰੀ ਪੁਲਿਸ ਦੀ ਹਿਰਾਸਤ 'ਚ ਆ ਗਿਆ ਸੀ ਤੇ ਭਾਵੇਂ ਉਸੇ ਰਾਤ ਉਹ ਥਾਣੇ ਵਿੱਚੋਂ ਭੱਜ ਕੇ ਬਚ ਆਇਆ ਸੀ, ਪਰ ਉਹਦੀ ਸ਼ਨਾਖਤ ਦਾ ਪੁਲਿਸ ਕੋਲ ਸਬੂਤ ਸੀ। ਇਸ ਲਈ ਪਿੰਡਾਂ ਦੇ ਜਿਹੜੇ ਲੋਕ ਫੜੇ ਡਾਕੂ ਦੀ ਸ਼ਨਾਖਤ ਲਈ ਜਾ ਰਹੇ ਸਨ, ਉਹਨਾਂ 'ਚ ਰਲ ਕੇ ਪੁਲਿਸ ਤੱਕ ਜਾਣਾ ਰਾਜੂ ਲਈ ਖਤਰੇ ਵਾਲੀ ਗੱਲ ਸੀ। ਪਰ ਉਹ ਇੱਕ ਵਾਰੀ ਪੱਕਾ ਪਤਾ ਚਾਹੁੰਦਾ ਸੀ ਕਿ ਫੜਿਆ ਹੋਇਆ ਡੁੱਡਾ ਡਾਕੂ ਪੰਨਾ ਹੈ ਕਿ ਨਹੀਂ। ਇਸ ਲਈ ਇਸ ਕੰਮ ਵਾਸਤੇ ਗੋਬਿੰਦ ਤਿਆਰ ਹੋਇਆ। ਰਤਨਾ ਜਾਣਾ ਚਾਹੁੰਦੀ ਸੀ, ਪਰ ਪਿੰਡਾਂ ਦੀਆਂ ਕੋਈ ਔਰਤ ਉੱਥੇ ਨਹੀਂ ਸੀ ਜਾ ਰਹੀ, ਇਸ ਲਈ ਰਤਨਾ ਦਾ ਜਾਣਾ ਸੰਭਵ ਨਹੀਂ ਸੀ। ਗੋਬਿੰਦ ਨੇ ਆਪਣੇ ਸਿਰ ਦੇ ਕਾਲੇ ਵਾਲ ਸਾਰੀ ਰਾਤ ਮਹਿੰਦੀ ਥੱਪ ਕੇ ਸੂਹੇ ਰੰਗ ਦੇ ਕੀਤੇ ਤਾਂ ਉਹ ਇੰਨਾ ਹੋਰ ਦਾ ਹੋਰ ਹੋ ਗਿਆ ਕਿ ਸਵੇਰੇ ਇੱਕ ਪਲ ਲਈ ਬਿਕਰਮ ਕੋਲੋਂ ਵੀ ਨਾ ਪਛਾਣਿਆ ਗਿਆ ਤੇ ਗੋਬਿੰਦ ਅੱਖੀਂ ਜਾ ਕੇ ਵੇਖ ਆਇਆ ਕਿ ਪੁਲਿਸ ਦਾ ਫੜਿਆ ਡੁੱਡਾ ਡਾਕੂ ਪੰਨਾ ਨਹੀਂ ਸੀ। ਜਿਉਂ-ਜਿਉਂ ਵਰੇ ਲੰਘਣ ਲੱਗੇ, ਰਾਜੂ ਤੇ ਉਹਦੇ ਸਾਥੀ ਸਰੀਰਾਂ ਨੂੰ ਬਣਾਈ ਰੱਖਣ ਦੀ ਮੁਹਾਰਤ ਜ਼ਰੂਰ ਕਰਦੇ, ਪਰ ਕਦੇ ਬਹਿੰਦੇ ਤਾਂ ਹੱਸਦੇ। ਅਸੀਂ ਵੀ ਅਜੀਬ ਡਾਕੂ ਹਾਂ ਜੋ ਕਦੇ ਡਾਕਾ ਹੀ ਨਹੀਂ ਮਾਰਦੇ। ਰਾਜੂ ਤੇ ਉਹਦੇ ਸਾਰੇ ਸਾਥੀ ਕੁਝ ਪੜ੍ਹੇ ਲਿਖੇ ਸਨ। ਗੋਬਿੰਦ ਤਾਂ ਕਦੇ-ਕਦੇ ਬੈਂਤਾਂ ਦੀਆਂ ਕਲੀਆਂ ਵੀ ਜੋੜਦਾ ਹੁੰਦਾ ਸੀ, ਕਦੇ ਬੰਦੂਕ ਦੀ ਨਾਲੀ ਸਾਫ਼ ਕਰਦਾ ਮਲ੍ਹਾਰ ਛੇੜ ਦਿੰਦਾ ਸੀ। ਆਈ ਨੀਮ ਕੀ ਨਿਬੋਰੀ ਸਾਵਣ ਆਇਓ ਰੇ। ਕਦੇ ਜਦੋਂ ਕੋਈ ਨਾਲ ਲੱਗਦੇ ਪਿੰਡ, ਸ਼ਹਿਰ ਜਾਂ ਕਸਬੇ 'ਚੋਂ ਕੁਝ ਖਰੀਦ ਕਰਨ ਜਾਂਦਾ ਤਾਂ ਕੋਈ ਕਿੱਸਾ ਕਿਤਾਬ ਵੀ ਚੁੱਕ ਲਿਆਉਂਦਾ ਹੁੰਦਾ ਸੀ। ਅੱਜ ਲੋਕੀ ਕਿਤੋਂ ਅੰਗਰੇਜ਼ੀ ਦੀ ਪਤਲੀ ਜਿਹੀ ਕਿਤਾਬ ਚੁੱਕ ਲਿਆਇਆ ਸੀ, ਜਿਹਦੇ 'ਚ ਛਪੀਆਂ ਅੰਗਰੇਜ਼ੀ ਦੀਆਂ ਨਜ਼ਮਾਂ ਉਹਦੇ ਕੁਝ ਪੱਲੇ ਨਹੀਂ ਸੀ ਪੈ ਰਹੀਆਂ, ਪਰ ਉਹਦੀ ਇੱਕ ਸਤਰ ਪੜ੍ਹ ਕੇ ਉਹ ਇੰਨਾ ਹੱਸ ਰਿਹਾ ਸੀ ਕਿ ਸਾਰੇ ਸਾਥੀ ਉਹਦੇ ਕੋਲ ਜੁੜ ਬੈਠੇ। ਸਤਰ ਸੀ, ਆਈ ਐਮ ਦ ਵਿਡੋ ਆਫ ਦ ਗॉड, ਤੇ ਲੋਕੀ ਉਹਨੂੰ ਲੋਰ 'ਚ ਆ ਕੇ ਗਾਉਣ ਲੱਗ ਪਿਆ। ਬਿਕਰਮ ਨੂੰ ਇੰਨਾ ਹਾਸਾ ਆਇਆ ਕਿ ਉਹ ਦੌੜ ਕੇ ਰਾਜੂ ਨੂੰ ਬੁਲਾ ਲਿਆਇਆ। ਦਾਊ, ਖੁਦਾ ਮਰ ਗਿਆ, ਉਹਦੀ ਬੇਵਾ ਰੋਂਦੀ ਪਈ ਹੈ, ਉਹਨੂੰ ਆ ਕੇ ਚੁੱਪ ਕਰਾਓ। ਸਾਰੇ ਰੱਜ ਕੇ ਹੱਸ ਬੈਠੇ ਤਾਂ ਫਿਰ ਅੰਤਾਂ ਦੇ ਉਦਾਸ ਹੋ ਗਏ। ਗੋਬਿੰਦ ਕਹਿਣ ਲੱਗਾ, ਤਾਈਏ ਤਾਂ ਅਸੀਂ ਸਾਰੇ ਖੁਦਾ ਦੇ ਧੀਆਂ ਪੁੱਤਰ ਇਸ ਧਰਤੀ ਤੇ ਯਤੀਮ ਹੋ ਗਏ। ਦੁਨੀਆ ਤੋਂ ਇਹਨਾਂ ਟੁੱਟੇ ਹੋਏ ਲੋਕਾਂ ਦੀ ਖੁਸ਼ੀ ਵੀ ਛੂਤ ਵਰਗੀ ਹੁੰਦੀ ਸੀ, ਉਦਾਸੀ ਵੀ ਛੂਤ ਵਰਗੀ। ਇੱਕ ਖੁਸ਼ ਹੁੰਦਾ ਸਾਰੇ ਖੁਸ਼ ਹੋ ਜਾਂਦੇ, ਇੱਕ ਉਦਾਸ ਹੁੰਦਾ ਸਾਰੇ ਉਦਾਸ ਹੋ ਜਾਂਦੇ। ਬਿਕਰਮ ਚੁੱਪ ਜਿਹਾ ਹੋਇਆ ਕਹਿਣ ਲੱਗਾ, ਖੁਦਾ ਹੈ ਤਾਂ ਮੇਰਾ ਸਕਾ ਪਿਓ ਸੀ, ਪਰ ਮਰਨ ਲੱਗਾ ਸਾਰੀ ਜਾਇਦਾਦ ਮੇਰੀ ਮਤਰੇਈ ਮਾਂ ਨੂੰ ਦੇ ਗਿਆ। ਲਛਮਣ ਦੇ ਮਨ ਦਾ ਵੀ ਪੁਰਾਣਾ ਜ਼ਖਮ ਖੁੱਲ੍ਹ ਗਿਆ। ਸਾਲੇ ਦੀ ਆਪਣੀ ਧੀ ਨੂੰ ਲੋਕਾਂ ਨੇ ਜਿਉਂਦੀ ਸਾੜ ਦਿੱਤਾ। ਮਾਰੀ ਗਿਆ ਹੋਏਗਾ ਤਾਈਓ ਚੁੱਪ ਰਿਹਾ ਸੀ। ਲੋਕੀ ਜਿਹੜਾ ਹੁਣੇ ਗਾਉਂਦਾ ਪਿਆ ਸੀ ਤੜਫ ਕੇ ਕਹਿਣ ਲੱਗਾ, ਮੈਨੂੰ ਪਤਾ ਹੈ ਉਹ ਮਰ ਗਿਆ ਹੈ, ਉਹਨੂੰ ਹਰਦੁਆਰ ਮੇਰੀ ਮਾਂ ਨੇ ਜ਼ਹਿਰ ਦੇ ਕੇ ਮਾਰਿਆ ਸੀ। ਰਾਜੂ ਖਲੋਤਾ ਹੋਇਆ ਸੀ, ਇੱਕ ਦਰਖਤ ਵਾਂਗ ਚੁੱਪ ਖਲੋਤਾ ਰਿਹਾ। ਸਿਰਫ ਉਹਦੇ ਪਿੰਡੇ 'ਚ ਇੱਕ ਕੰਬਣੀ ਫਿਰੀ, ਜਿਵੇਂ ਦਰਖਤ ਦੇ ਸਾਰੇ ਪੱਤੇ ਝੂਣੇ ਗਏ ਹੋਣ। ਸਿਰਫ ਗੋਬਿੰਦ ਬੋਲਿਆ। ਰਾਜੂ ਨੇ ਤਾਂ ਉਹਨੂੰ ਆਪਣੇ ਅੱਖੀਂ ਕਤਲ ਹੁੰਦੇ ਵੇਖਿਆ ਸੀ।
ਰਤਨਾ ਚੁੱਪਚਾਪ ਪਰਾਂ ਬੈਠੀ ਸਭ ਸੁਣਦੀ ਪਈ ਸੀ। ਉਹਦਾ ਵੀ ਮਨ ਹਿੱਲ ਜਿਹਾ ਗਿਆ ਸੀ, ਪਰ ਸਾਰਿਆਂ ਦੀ ਉਦਾਸੀ ਤਰਕਾਲਾਂ ਦੇ ਹਨੇਰੇ ਵਾਂਗ ਡੂੰਘੀ ਹੁੰਦੀ ਗਈ। ਤਾਂ ਉੱਠ ਕੇ ਉਰਾਂ ਆਈ, ਆਖਣ ਲੱਗੀ, ਤੁਹਾਨੂੰ ਕਿਹਨੇ ਕਿਹਾ ਇਹ ਖੁਦਾ ਮਰ ਗਿਆ? ਰਾਤ ਨੂੰ ਜਦੋਂ ਸੂਰਜ ਡੁੱਬਦਾ ਏ ਤਾਂ ਉਹ ਕੋਈ ਮਰ ਜਾਂਦਾ ਏ? ਲੋਕੀ ਸਾਰਿਆਂ ਨਾਲੋਂ ਛੋਟਾ ਤੇ ਅਲੂਆਂ ਜਿਹਾ ਸੀ। ਉੱਠ ਕੇ ਰਤਨਾ ਦੇ ਪੈਰਾਂ ਕੋਲ ਆ ਬੈਠਾ। ਨਹੀਂ ਰਤਨਾ ਭਾਬੀ, ਅਸੀਂ ਭੁੱਲ ਗਏ ਸੀ। ਤੇ ਰਾਜੂ ਵੱਲ ਵੇਖਦਾ ਆਖਣ ਲੱਗਾ, ਉਹ ਤੇ ਦਿਨੇ ਰਾਤੀ ਸਾਡੇ ਨਾਲ ਰਹਿੰਦਾ ਏ। ਤੇ ਰਤਨਾ ਨੇ ਭਰੇ ਹੋਏ ਮਨ ਨਾਲ ਲੋਕੀ ਦਾ ਸਿਰ ਆਪਣੀ ਵੱਖੀ ਨਾਲ ਲਾ ਲਿਆ। ਰਾਜੂ ਨੇ ਮੂੰਹ ਪਰਾਂ ਕਰ ਲਿਆ। ਸ਼ਾਇਦ ਉਹਦਾ ਪੰਘਰਿਆ ਹੋਇਆ ਮਨ ਉਹਦੀਆਂ ਅੱਖਾਂ 'ਚ ਆ ਗਿਆ ਸੀ। ਬੇਲਾ ਤੇ ਸੁਨੀਲ ਵਰ੍ਹੇ 'ਚ ਇੱਕ ਵਾਰੀ ਸਿਆਲ ਦੀਆਂ ਛੁੱਟੀਆਂ 'ਚ ਪਿੰਡ ਆਉਂਦੇ ਸਨ ਤੇ ਗੋਬਿੰਦ ਉਹਨਾਂ ਦਿਨਾਂ 'ਚ ਇੱਕ ਦੋ ਵਾਰੀ ਅੱਜੇ ਪੱਜੇ ਬੇਲਾ ਨੂੰ ਵੇਖ ਆਉਂਦਾ ਸੀ। ਉੱਥੇ ਪਿੰਡ 'ਚ ਸ਼ਾਣੀ ਨੇ ਆਸੇ-ਪਾਸੇ ਆਖਿਆ ਹੋਇਆ ਸੀ ਕਿ ਇਹ ਵਿਚਾਰਾ ਦੂਰ ਦੇ ਕਿਸੇ ਪਿੰਡ ਦਾ ਗਰੀਬ ਜਿਹਾ ਬੰਦਾ ਹੈ। ਕਦੀ-ਕਦੀ ਕੋਈ ਗਹਿਣਾ ਗਿਰਵੀ ਰੱਖ ਕੇ ਵਿਆਜੀ ਪੈਸੇ ਲੈ ਜਾਂਦਾ ਹੈ। ਇਹ ਆਪਣੇ ਪਿੰਡ ਦੇ ਕਿਸੇ ਤੋਂ ਉਧਾਰ ਨਹੀਂ ਲੈਂਦਾ ਕਿ ਉਹਦੀ ਨਮੋਸ਼ੀ ਨਾ ਹੋਏ। ਹੁਣ ਸੁਨੀਲ ਜਦੋਂ ਦਾ ਵੱਡਾ ਹੋਇਆ ਸੀ, ਉਹਦੇ ਪੁੱਛਣ 'ਤੇ ਵੀ ਸ਼ਾਣੀ ਨੇ ਇਹੋ ਕਿਹਾ ਸੀ। ਭਾਵੇਂ ਸੁਨੀਲ ਨੇ ਉਹਨੂੰ ਛੋਟੇ ਹੁੰਦਿਆਂ ਤੋਂ ਵੇਖਿਆ ਸੀ ਤੇ ਉਹਨੂੰ ਮਾਂ ਦੇ ਕਹਿਣ 'ਤੇ ਚਾਚਾ ਸੱਦਦਾ ਸੀ ਤੇ ਇਹ ਵੀ ਪਤਾ ਸੀ ਕਿ ਸਕੂਲ ਦਾਖਲ ਹੋਣ ਵੇਲੇ ਵੀ ਮਾਂ ਉਹਨੂੰ ਨਾਲ ਮਸੂਰੀ ਲੈ ਗਈ ਸੀ। ਤੇ ਫਿਰ ਜਦੋਂ ਉਹ ਤੇ ਬੇਲਾ ਛੋਟੇ ਸਨ, ਉਦੋਂ ਛੁੱਟੀਆਂ 'ਚ ਉਸੇ ਨੂੰ ਲੈਣ ਭੇਜਦੀ ਸੀ। ਪਰ ਸੁਨੀਲ ਨੂੰ ਇਹ ਜ਼ਰੂਰ ਪਤਾ ਸੀ ਕਿ ਉਹ ਉਹਦਾ ਚਾਚਾ ਜਾਂ ਕੁਝ ਵੀ ਲੱਗਦਾ ਨਹੀਂ ਸੀ। ਹੁਣ ਕਾਲਜ 'ਚ ਪੜ੍ਹਦੇ ਤੇ ਘਰ ਦੇ ਮਰਦ ਬਣਦੇ ਸੁਨੀਲ ਨੇ ਇੱਕ ਦੋ ਵਾਰੀ ਸ਼ੁਭੇ ਨਾਲ ਵੇਖਿਆ ਕਿ ਮਾਂ ਤੇ ਗੋਬਿੰਦ ਚਾਚਾ ਦੀ ਗੱਲ ਜੇ ਉੱਤੋਂ ਆ ਜਾਂਦਾ ਤਾਂ ਅਚਾਨਕ ਟੁੱਟ ਜਾਂਦੀ ਸੀ। ਹਰ ਵਾਰੀ ਜਦੋਂ ਮਿਲਦਾ ਸੀ, ਗੋਬਿੰਦ ਚਾਚਾ ਸੁਨੀਲ ਨੂੰ ਵੀ ਪਿਆਰ ਦਿੰਦਾ ਸੀ, ਪਰ ਸੁਨੀਲ ਨੇ ਗੌਰ ਜੇ ਨਾਲ ਵੇਖਿਆ ਕਿ ਬੇਲਾ ਨੂੰ ਪਿਆਰ ਦਿੰਦਿਆਂ ਉਹਦੇ ਹੱਥ ਬੇਲਾ ਦੇ ਸਿਰ ਉੱਤੇ ਠਹਿਰ ਜੇ ਜਾਂਦੇ ਸਨ। ਇੱਕ ਵਾਰ ਤਾਂ ਬੇਲਾ ਨੂੰ ਪਿਆਰ ਦਿੰਦੇ ਗੋਬਿੰਦ ਚਾਚਾ ਦੀਆਂ ਅੱਖਾਂ 'ਚ ਉਹਨੇ ਪਾਣੀ ਜਿਹਾ ਵੀ ਵੇਖਿਆ। ਮਾਂ ਨੂੰ ਆਖਿਆ ਕੁਝ ਨਹੀਂ, ਉਂਝ ਹੀ ਇੱਕ ਰਾਤ ਫੇਰ ਪੁੱਛਿਆ, ਪਰ ਮਾਂ, ਇਹ ਗੋਬਿੰਦ ਚਾਚਾ ਕੌਣ ਹੈ? ਕਿਹੜੇ ਪਿੰਡ ਰਹਿੰਦਾ ਹੈ? ਤੂੰ ਤਾਂ ਉਹਦੇ ਉੱਤੇ ਇੰਝ ਵਸਾਹ ਕਰਨੀ ਹੈ ਜਿਵੇਂ ਉਹ ਸਾਡਾ ਕੋਈ ਸਕਾ ਹੋਵੇ। ਮਾਂ ਨੇ ਗੱਲ ਗੱਲਾਂ 'ਚ ਪਾਈ, ਵੇ ਪੁੱਤਰਾ, ਸਕਿਆਂ ਦੇ ਕੋਈ ਸੱਕ ਲਾਉਣੇ ਹੁੰਦੇ ਨੇ। ਤੇਰਾ ਪਿਓ ਚਲਾ ਗਿਆ, ਭਰਾ ਚਲਾ ਗਿਆ, ਤਾਂ ਕਿਹੜਿਆਂ ਸਕਿਆਂ ਨੇ ਮੈਨੂੰ ਪੁੱਛਿਆ? ਇਹੋ ਰੱਬ ਤਰੱਕਲੀ ਆ ਗਿਆ। ਆਇਆ ਤਾਂ ਆਪਣੀ ਗਰਜ ਨਾਲ ਸੀ, 4 ਪੈਸੇ ਵਿਆਜੀ ਲੈਣ ਆਇਆ ਸੀ। ਮਾਂ ਨੇ ਉਹ ਪੁਰਾਣੀ ਗੱਲ ਮੁੜ ਕੇ ਸੁਣਾਣੀ ਸ਼ੁਰੂ ਕੀਤੀ। ਸੁਨੀਲ ਨੇ ਗੱਲ ਉੱਥੇ ਹੀ ਛੱਡਤੀ, ਫਿਰ ਕੁਝ ਨਹੀਂ ਪੁੱਛਿਆ। ਇਹਨਾਂ ਛੁੱਟੀਆਂ 'ਚ ਜਦੋਂ ਇੱਕ ਵਾਰੀ ਗੋਬਿੰਦ ਬੇਲਾ ਨੂੰ ਵੇਖ ਕੇ ਪਰਤਿਆ ਤਾਂ ਰਤਨਾ ਜਿਵੇਂ ਹਮੇਸ਼ਾ ਗਲਵਾਂਢੀ ਹੋ ਕੇ ਗੋਬਿੰਦ ਨੂੰ ਮਿਲਦੀ ਤੇ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛਦੀ ਹੁੰਦੀ ਸੀ। ਅੱਜ ਵੀ ਪੁੱਛਣ ਲੱਗੀ ਤਾਂ ਉੱਤੋਂ ਰਾਜੂ ਆ ਗਿਆ। ਰਾਜੂ ਨੂੰ ਪਤਾ ਨਹੀਂ ਸੀ ਕਿ ਗੋਬਿੰਦ ਬੇਲਾ ਨੂੰ ਵੇਖ ਕੇ ਆ ਰਿਹਾ। ਅਸਲ 'ਚ ਗੋਬਿੰਦ ਆਪਣੇ ਪਿੰਡੋਂ ਕੁਝ ਰੁਪਇਆ ਲੈਣ ਵਾਸਤੇ ਗਿਆ ਸੀ ਤੇ ਜਾਂਦੀ ਵਾਰ ਉਹਨੂੰ ਰਤਨਾ ਨੇ ਪੱਕੀ ਕੀਤੀ ਸੀ ਕਿ ਆਉਂਦਾ ਰਾਹ 'ਚ ਬੇਲਾ ਨੂੰ ਵੇਖ ਕੇ ਆਵੇ। ਗੋਬਿੰਦ ਚਾਂਬਲਿਆ ਜਿਹਾ ਰਾਜੂ ਨੂੰ ਕਹਿਣ ਲੱਗਾ, ਪਤਾ ਹੈ ਮੈਂ ਕਿੱਥੇ ਗਿਆ ਸੀ? ਕਿੱਥੇ? ਗੋਬਿੰਦ ਹੱਸਦਾ ਕਹਿਣ ਲੱਗਾ, ਕਿਸਮਤ ਕੋਲ। ਰਾਜੂ ਹੱਸਣ ਲੱਗ ਪਿਆ, ਪਰ ਰਤਨਾ ਨੂੰ ਸਮਝ ਨਹੀਂ ਆਈ। ਗੋਬਿੰਦ ਦੱਸਣ ਲੱਗਾ, ਰਤਨਾ ਭੈਣ, ਜਦੋਂ ਰਾਜੂ ਤੈਨੂੰ ਪਹਿਲੀ ਵਾਰ ਮਿਲ ਕੇ ਆਇਆ ਸੀ ਤਾਂ ਇਹਨੇ ਮੈਨੂੰ ਦੱਸਿਆ ਨਹੀਂ ਸੀ। ਮੈਂ ਜਦੋਂ ਪੁੱਛਿਆ ਕਿ ਤੂੰ ਰਾਤੀ ਕਿੱਥੇ ਗਿਆ ਸੀ ਤਾਂ ਕਹਿਣ ਲੱਗਾ, ਕਿਸਮਤ ਕੋਲ। ਰਤਨਾ ਹੱਸੀ ਵੀ, ਸੰਗ ਜੀ ਵੀ ਗਈ ਤੇ ਆਪਣੀ ਸੰਗ ਨੂੰ ਛੁਪਾਉਣ ਲਈ ਕਹਿਣ ਲੱਗੇ, ਹੁਣ ਤਾਂ ਸਾਡੀ ਕਿਸਮਤ ਬੇਲਾ ਏ। ਰਾਜੂ ਸਮਝ ਗਿਆ ਗੋਬਿੰਦ ਬੇਲਾ ਨੂੰ ਵੇਖ ਕੇ ਆ ਰਿਹਾ। ਅੱਜ ਕਿਹੋ ਜਿਹੀ ਲੱਗਦੀ ਪਈ ਸੀ? ਰਤਨਾ ਦਾ ਹਮੇਸ਼ਾ ਪਹਿਲਾ ਸਵਾਲ ਇਹ ਹੁੰਦਾ ਸੀ ਤੇ ਗੋਬਿੰਦ ਹਮੇਸ਼ਾ ਨਿੱਕੀ-ਨਿੱਕੀ ਗੱਲ ਸੁਣਾਉਂਦਾ ਹੁੰਦਾ ਸੀ। ਅੱਜ ਬੇਲਾ ਨੇ ਕਿਹੜੇ ਰੰਗ ਦੇ ਕੱਪੜੇ ਪਾਏ ਸਨ? ਅੱਜ ਉਹਨੇ ਸ਼ਹਿਰੋਂ ਆਂਦੀ ਇੱਕ ਬੜੀ ਅਜੀਬ ਜਿਹੀ ਜੁੱਤੀ ਪਾਈ ਹੋਈ ਸੀ। ਪਰ ਅੱਜ ਗੋਬਿੰਦ ਨੇ ਅਜੀਬ ਜਵਾਬ ਦਿੱਤਾ, ਧੀ ਸਿਆਣੀ ਹੋ ਗਈ ਹੈ ਨਾ, ਅੱਖਾਂ ਭਰ ਕੇ ਕਿਵੇਂ ਵੇਖਦਾ? ਛੋਟੀ ਸੀ ਤਾਂ ਹੋਰ ਗੱਲ ਸੀ। ਤੇ ਰਤਨਾ ਸੋਚ ਦੀ ਇੱਕ ਨਵੀਂ ਖਾਈ 'ਚ ਲੈ ਗਈ। ਬੇਟੀ ਜਵਾਨ ਹੋ ਗਈ, ਇਹਦਾ ਵਿਆਹ ਕਿਹਦੇ ਨਾਲ? ਕਿਵੇਂ? ਰਤਨਾ ਭੈਣ, ਅੱਜ ਤੈਨੂੰ ਲੱਡੂ ਵੰਡਣੇ ਪੈਣਗੇ। ਅੱਜ ਮੈਂ ਤੇਰੀ ਇੱਕ ਮੁਰਾਦ ਪੂਰੀ ਕਰਨੀ ਹੈ। ਗੋਬਿੰਦ ਨੇ ਕਿਹਾ ਤਾਂ ਰਤਨਾ ਦੀ ਸੋਚ ਟੁੱਟੀ, ਪਰ ਮੁਰਾਦ ਵਾਲੀ ਗੱਲ ਸਮਝ ਨਾ ਆਈ। ਕੀ? ਚੇਤਾ ਕਰ, ਤੂੰ ਕੀ ਮੰਗਿਆ ਸੀ? ਪਤਾ ਨਹੀਂ। ਫਿਰ ਅੱਖਾਂ ਮੀਟ। ਫਿਰ ਕੀ ਹੋਏਗਾ? ਫਿਰ ਅੱਖਾਂ ਖੋਲੇਂਗੀ ਤਾਂ ਕਿਸੇ ਦਾ ਦੀਦਾਰ ਹੋਏਗਾ। ਰਤਨਾ ਸਮਝ ਗਈ। ਗੋਬਿੰਦ ਅੱਗੇ ਹੱਥ ਕਰਦੀ ਕਹਿਣ ਲੱਗੀ, ਸੱਚ ਲਿਆਇਆ ਏ? ਤੇ ਕਦੇ ਰਤਨਾ ਜਦੋਂ ਬੇਲਾ ਨੂੰ ਵੇਖਣ ਲਈ ਤੜਫ ਜਿਹੀ ਜਾਂਦੀ ਸੀ ਤਾਂ ਇੱਕ ਵਾਰ ਰਾਜੂ ਨੇ ਗੋਬਿੰਦ ਨੂੰ ਕਿਹਾ ਸੀ, ਕਿਸੇ ਦਿਨ ਉਹਦੀ ਤਸਵੀਰ ਹੀ ਲਿਆ ਕੇ ਸਾਨੂੰ ਵਿਖਾ ਦੇ, ਤਾਂ ਰਤਨਾ ਨੇ ਮਨਾ ਕਰ ਦਿੱਤਾ ਸੀ। ਅਸਲ 'ਚ ਇੱਕ ਵਾਰੀ ਜਦੋਂ ਬੇਲਾ ਨਿੱਕੀ ਜਿਹੀ ਸੀ ਤਾਂ ਜੋ ਬਾਂਕੀ ਉਹਦੀ ਇੱਕ ਤਸਵੀਰ ਲਿਆਈ ਸੀ, ਰਤਨਾ ਨੇ ਕਈ ਦਿਨ ਝੋਲੀ 'ਚ ਪਾ ਕੇ ਰੱਖੀ, ਕੱਢ ਕੇ ਵੇਖਦੀ ਰਹੀ। ਪਰ ਇੱਕ ਵਾਰੀ ਖਿਆਲ ਆ ਗਿਆ ਕਿ ਜੇ ਕਿਤੇ ਚਾਨਚੱਕ ਸਾਡੇ ਨਾਲ ਕੁਝ ਵਾਪਰ ਜਾਏ
ਤਾਂ ਇਹ ਤਸਵੀਰ ਪੁਲਿਸ ਤੇ ਜਾਂ ਕਿਸੇ ਦੇ ਹੱਥ ਨਹੀਂ ਆਉਣੀ ਚਾਹੀਦੀ ਤੇ ਉਹਨੇ ਬਾਂਕੀ ਹੱਥ ਉਹ ਤਸਵੀਰ ਫਿਰ ਸ਼ਾਣੀ ਨੂੰ ਭੇਜ ਦਿੱਤੀ ਸੀ। ਪਾੜਨ ਲੱਗੀ ਸੀ ਪਰ ਹੱਥਾਂ ਤੋਂ ਪਾੜੀ ਨਹੀਂ ਸੀ ਗਈ, ਇਸ ਲਈ ਵਾਪਸ ਦੇ ਦਿੱਤੀ ਸੀ। ਇਸ ਤੋਂ ਪਿੱਛੋਂ ਉਹਨੇ ਕਦੀ ਤਸਵੀਰ ਲਈ ਨਹੀਂ ਸੀ ਕਿਹਾ। ਪਰ ਹੁਣ ਵਰ੍ਹਿਆਂ ਪਿੱਛੋਂ ਜਦੋਂ ਦਾ ਸੁਣਿਆ ਸੀ ਕਿ ਬੇਲਾ ਵੱਡੀ ਹੋ ਕੇ ਅਸਲੋਂ ਉਹਦੀ ਨੁਹਾਰਦੀ ਦਿਸਣ ਲੱਗ ਪਈ ਏ ਤਾਂ ਰਤਨਾ ਨੇ ਗੋਬਿੰਦ ਨੂੰ ਕਿਹਾ ਸੀ, ਬਸ ਵੇਖ ਕੇ ਮੋੜ ਦੇਵਾਂਗੀ, ਇੱਕ ਵਾਰੀ ਉਹਦੀ ਹੁਣ ਦੀ ਤਸਵੀਰ ਲਿਆ ਕੇ ਵਿਖਾ ਦੇ। ਅੱਜ ਗੋਬਿੰਦ ਜਿਹੜੀ ਤਸਵੀਰ ਲਿਆਇਆ ਸੀ ਉਹ ਬੇਲਾ ਦੀ ਤੇ ਸੁਨੀਲ ਦੀ ਇਕੱਠੀ ਤਸਵੀਰ ਸੀ। ਸ਼ਾਣੀ ਨੂੰ ਬੇਲਾ ਦੀ ਇਕੱਲੀ ਕੋਈ ਨਵੀਂ ਤਸਵੀਰ ਨਹੀਂ ਸੀ ਲੱਭੀ, ਇਸ ਲਈ ਉਹਨੇ ਇਹੋ ਦੇ ਦਿੱਤੀ। ਰਤਨਾ ਨੇ ਤਸਵੀਰ ਵੇਖੀ ਤਾਂ ਪਤਾ ਨਹੀਂ ਕਿੰਨੀਆਂ ਹਸਰਤਾਂ ਉਹਦੀਆਂ ਅੱਖਾਂ 'ਚ ਭਰ ਗਈਆਂ। ਰਾਜੂ ਪੰਘਰ ਕੇ ਡੁੱਲਦੇ ਮਨ ਨੂੰ ਸੰਭਾਲਣ ਲਈ ਉੱਠ ਕੇ ਕੁਝ ਪਰਾਂ ਚਲਾ ਗਿਆ, ਪਰ ਰਤਨਾ ਮਨ ਨੂੰ ਸਾਂਭਦੀ ਗੋਬਿੰਦ ਨੂੰ ਪੁੱਛਣ ਲੱਗੀ, ਹੋਰ ਸ਼ਾਣੀ ਮਾਂ ਨੇ ਕੁਝ ਕਿਹਾ ਸੀ? ਹਾਂ, ਉਹ ਗੱਲ ਵੀ ਮੈਂ ਤੇਰੇ ਨਾਲ ਕਰਨੀ ਹੈ, ਪਰ ਠਹਿਰ ਜਾ, ਰਾਜੂ ਨੂੰ ਆ ਲੈਣ ਦੇ, ਮਰਦਾਂ ਦੇ ਸੋਚਣ ਵਾਲੀ ਗੱਲ ਏ। ਗੋਬਿੰਦ ਨੇ ਕਿਹਾ ਤਾਂ ਰਤਨਾ ਨੂੰ ਫਿਕਰ ਵੀ ਹੋਇਆ ਪਰ ਹਾਸਾ ਵੀ ਆ ਗਿਆ। ਆਖਣ ਲੱਗੀ, ਫਿਰ ਮੈਂ ਪਰਾਂ ਹੋ ਜਾਵਾਂ ਜੇ ਸਿਰਫ ਮਰਦਾਂ ਦੇ ਕਰਨ ਵਾਲੀ ਗੱਲ ਏ ਤਾਂ? ਨਹੀਂ ਰਤਨਾ, ਗੋਬਿੰਦ ਨੇ ਆਖਿਆ ਤੇ ਰਾਜੂ ਨੂੰ ਆਵਾਜ਼ ਦਿੰਦਾ ਰਤਨਾ ਨੂੰ ਕਹਿਣ ਲੱਗਾ, ਘਰ ਦੀ ਧੀ ਜਵਾਨ ਹੋ ਜਾਏ ਤਾਂ ਜਿਹੜਾ ਫਿਕਰ ਮਰਦਾਂ ਨੂੰ ਪੈਂਦਾ ਹੈ, ਪਿਓ ਭਰਾ ਨੂੰ ਜਾਂ ਮਾਮੇ ਚਾਚੇ ਨੂੰ, ਉਹਨੂੰ ਉਹੀਓ ਸਮਝ ਸਕਦੇ ਨੇ। ਰਤਨਾ ਨੂੰ ਬੇਲਾ ਨਾਲ ਗੋਬਿੰਦ ਦੀ ਇਸ ਅੰਦਰ ਤੇ ਤਸੱਲੀ ਜੀ ਹੋਈ, ਮਨ ਨੂੰ ਠੱਲ ਪੈ ਗਿਆ। ਪਰ ਗੋਬਿੰਦ ਉਦਾਸ ਸੀ, ਆਖ ਰਿਹਾ ਸੀ, ਅਸੀਂ ਕਾਹਦੇ ਮਰਦਾਂ, ਧੀ ਲਈ ਨਾ ਘਰ ਵੇਖ ਸਕਦੇ ਆ ਨਾ ਵਰ, ਬਸ ਜੋ ਰੱਬ ਸਬੱਬੀ ਹੋਏਗਾ ਉਹਨੂੰ ਦੂਰ ਖਲੋਤੇ ਵੇਖਦੇ ਰਵਾਂਗੇ। ਰਾਜੂ ਆ ਗਿਆ ਤਾਂ ਗੋਬਿੰਦ ਮੰਜੀ ਤੇ ਬਹਿੰਦੇ ਨੂੰ ਆਖਣ ਲੱਗਾ, ਅੱਜ ਸ਼ਾਣੀ ਮਾਂ ਚਿੰਤਾ ਕਰਦੀ ਪਈ ਸੀ ਕਿ ਬੇਲਾ ਸ਼ਹਿਰ 'ਚ ਜਿਸ ਲੜਕੇ ਨਾਲ ਘੁੰਮਦੀ ਫਿਰਦੀ ਏ, ਸੁਨੀਲ ਨੂੰ ਉਹ ਲੜਕਾ ਪਸੰਦ ਨਹੀਂ, ਹੁਣ ਮੈਂ ਕਰਾਂ ਤੇ ਕੀ ਕਰਾਂ। ਰਾਜੂ ਕਿੰਨਾ ਚਿਰ ਖਿਲਾਅ 'ਚ ਤੱਕਦਾ ਰਿਹਾ, ਫਿਰ ਚਿਰ ਪਿੱਛੋਂ ਹੌਲੀ ਜੀ ਕਹਿਣ ਲੱਗਾ, ਅਜੀਬ ਬੇਬਸੀ ਏ। ਤੇ ਸ਼ਾਣੀ ਮਾਂ ਨੇ ਇੱਕ ਹੋਰ ਗੱਲ ਆਖੀ ਸੀ। ਗੋਬਿੰਦ ਨੇ ਕਿਹਾ ਤੇ ਇੱਕ ਡੂੰਘਾ ਸਾਹ ਲੈ ਕੇ ਆਖਣ ਲੱਗਾ, ਸੱਚੀ ਮੁੱਚੀ ਉਸ ਔਰਤ ਦਾ ਦਿਲ ਦਰਿਆ ਵਰਗਾ ਹੈ। ਰਤਨਾ ਦੀਆਂ ਅੱਖਾਂ 'ਚ ਆਇਆ ਹੋਇਆ ਪਾਣੀ ਗੋਬਿੰਦ ਦੇ ਮੂੰਹ ਵੱਲ ਤੱਕਣ ਲੱਗ ਪਿਆ। ਆਖਦੀ ਸੀ, ਜੇ ਪਿੰਡ 'ਚ ਇਹ ਨਾ ਧੁਮਾਇਆ ਹੁੰਦਾ ਕਿ ਸੁਨੀਲ ਬੇਲਾ ਦਾ ਚਾਚਾ ਲੱਗਦਾ ਹੈ ਤੇ ਅੱਜ ਮੈਂ ਸੁਨੀਲ ਨਾਲ ਉਹਦਾ ਵਿਆਹ ਰਚਾਉਂਦੀ। ਸੱਚ? ਰਾਜੂ ਨੂੰ ਛੱਲਾਂ 'ਚ ਘਿਰੇ ਹੋਏ ਨੂੰ ਜਿਵੇਂ ਇੱਕ ਪਲ ਕਿਨਾਰਾ ਜਿਹਾ ਦਿਸਿਆ, ਪਰ ਦੂਜੇ ਪਲ ਉਹ ਫਿਰ ਛੱਲਾਂ 'ਚ ਘਿਰਦਾ ਆਖਣ ਲੱਗਾ, ਤਾਂ ਸਾਥੋਂ ਸੱਚਮੁੱਚ ਗਲਤੀ ਹੋ ਗਈ। ਰਤਨਾ ਨੂੰ ਇੱਕੋ ਵਾਰਗੀ ਜਾਪਿਆ ਕਿ ਹੁਣੇ ਘੜੀ ਪਹਿਲਾਂ ਬੇਲਾ ਤੇ ਸੁਨੀਲ ਦੀ ਤਸਵੀਰ ਵੇਖਦਿਆਂ ਜੋ ਕੋਈ ਹਸਰਤਾਂ ਉਹਦੇ ਮਨ 'ਚ ਆਈਆਂ ਸਨ, ਇੱਕ ਅਚੇਤ ਜੀ ਹਸਰਤ ਇਹ ਵੀ ਸੀ ਕਿ ਜੇ ਬੇਲਾ ਤੇ ਸੁਨੀਲ, ਪਰ ਹੁਣ ਕੁਝ ਵੀ ਸੋਚਣ ਵਾਸਤੇ ਕਿਤੇ ਥਾਂ ਨਹੀਂ ਸੀ। ਸੋਚਾਂ ਨੂੰ ਪੈਰ ਰੱਖਣ ਲਈ ਵੀ ਜਿਵੇਂ ਧਰਤੀ 'ਤੇ ਕੋਈ ਥਾਂ ਨਾ ਲੱਭਦੀ ਹੋਵੇ। ਤੇ ਇਹਨਾਂ ਬੇਬਸੀ ਦੇ ਦਿਨਾਂ 'ਚ ਖਬਰ ਲੱਗੀ ਕਿ ਸੁਗਨਾ ਪਿੰਡ ਦਾ ਇੱਕ ਸ਼ਾਹੂਕਾਰ ਮਰਨ ਕੰਢੇ ਖਲੋਤਾ ਇੱਕ 16 ਵਰ੍ਹਿਆਂ ਦੀ ਬਾਲ ਜੀ ਕੁੜੀ ਨਾਲ ਵਿਆਹ ਰਚਾਉਣ ਲੱਗਾ ਸੀ। ਧੰਨਵਾਦ।